ਪਿਆਰੇ ਦੋਸਤੋ, ਤੁਹਾਡਾ ਸਵਾਗਤ ਹੈ। ਦੋਸਤੋ, ਸਾਲ 2022 ਦਾ ਇਹ ਵਰ੍ਹਾ ਅਸੀਂ ਪੰਜਾਬੀ ਦੇ ਮਹਾਨ ਸ਼ਾਇਰ, ਵੱਡੇ ਸ਼ਾਇਰ ਵਾਰਿਸ ਸ਼ਾਹ ਹੋਰਾਂ ਦੀ 300 ਸਾਲਾ ਜਨਮ ਸ਼ਤਾਬਦੀ ਵਜੋਂ ਮਨਾ ਰਹੇ ਹਾਂ। ਹੀਰ ਦਾ ਜਿਹੜਾ ਕਿੱਸਾ ਹੈ ਉਹ ਮੁਕਬਲ ਨੇ ਵੀ ਲਿਖਿਆ, ਦਮੋਦਰ ਨੇ ਵੀ ਲਿਖਿਆ ਅਤੇ ਹੋਰ ਕਿੱਸਾਕਾਰਾਂ ਨੇ ਵੀ ਹੀਰ ਦਾ ਕਿੱਸਾ ਲਿਖਿਆ। ਪਰ ਜਿਹੜੀ ਪ੍ਰਸਿੱਧੀ, ਜਿਹੜਾ ਮੁਕਾਮ ਵਾਰਿਸ ਦੀ ਹੀਰ ਨੂੰ ਮਿਲਿਆ ਉਹ ਕਿਸੇ ਦੇ ਹੋਰ ਹਿੱਸੇ ਨਹੀਂ ਆਇਆ। ਇਹ ਵੀ ਮੰਨਿਆ ਜਾਂਦਾ ਕਿ ਹੀਰ ਪੰਜਾਬ ਦੀ ਜਿਹੜੀ ਅਸਲ ਰਹਿਤਲ ਹੈ, ਪੰਜਾਬ ਦਾ ਅਸਲ ਸੱਭਿਆਚਾਰਕ ਮੁਹਾਂਦਰਾ, ਉਹਨੂੰ ਬਿਆਨ ਕਰਦੀ ਹੈ। ਤਾਂ ਅੱਜ ਅਸੀਂ ਕੁਝ ਸਵਾਲਾਂ ਬਾਰੇ ਚਰਚਾ ਕਰਨੀ ਹੈ ਕਿ ਹੀਰ ਜਿਹੜੀ ਇੰਨੀ ਮਕਬੂਲ ਕਿਉਂ ਹੋਈ। ਹੀਰ ਨੂੰ ਜੇ ਸੱਭਿਆਚਾਰਕ ਦਸਤਾਵੇਜ਼ ਮੰਨਿਆ ਜਾਂਦਾ ਤਾਂ ਉਹਦਾ ਕੀ ਕਾਰਨ ਹੈ। ਹੀਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ ਨਾਲ ਹੀ ਜਦੋਂ ਅਸੀਂ ਪੰਜਾਬ ਦੇ ਬਾਕੀ ਨਾਇਕਾਂ ਦੀ ਗੱਲ ਕਰਦੇ ਹਾਂ ਤਾਂ ਹੀਰ ਅਤੇ ਰਾਂਝੇ ਦਾ ਪੰਜਾਬ ਦੇ ਨਾਇਕਤਵ ਦੇ ਵਿੱਚ ਕੀ ਰੋਲ ਹੈ। ਇਹਨਾਂ ਕੁਝ ਸਵਾਲਾਂ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਅਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਹਾਜ਼ਰ ਨੇ ਡਾਕਟਰ ਸੁਮੇਲ ਸਿੰਘ ਸਿੱਧੂ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਤੁਹਾਡੀ। ਦੋਸਤੋ, ਤੁਸੀਂ ਭਲੀ ਭਾਂਤ ਡਾਕਟਰ ਸੁਮੇਲ ਸਿੰਘ ਸਿੱਧੂ ਹੋਰਾਂ ਬਾਰੇ ਜਾਣਦੇ ਹੋ, ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ ਕਿ ਉਹ ਸਾਡੇ ਸਮੇਂ ਦੇ ਵੱਡੇ ਚਿੰਤਕ ਨੇ, ਇਤਿਹਾਸਕਾਰ ਨੇ, ਪੰਜਾਬ ਦੇ ਸਮਾਜਿਕ ਅਤੇ ਰਾਜਸੀ ਮਸਲਿਆਂ ਬਾਰੇ ਆਪਣਾ ਵੱਖਰਾ ਇਤਿਹਾਸਕ ਦ੍ਰਿਸ਼ਟੀਕੋਣ ਰੱਖਦੇ ਨੇ। ਜਦੋਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਆ, ਖਾਸ ਕਰ ਮੱਧਕਾਲੀ ਪੰਜਾਬੀ ਸਾਹਿਤ ਦੀ ਗੱਲ ਕਰਦੇ ਆ, ਤਾਂ ਉਹ ਅਕਸਰ ਵਾਰਿਸ ਦੀ ਹੀਰ ਦੀ ਗੱਲ ਕਰਦੇ ਆ। ਪੰਜਾਬੀ ਜੀਵਨ ਬੋਧ ਦੇ ਸਰੋਤ ਲੱਭਣ ਦੀ ਗੱਲ ਕਰਦੇ ਆ। ਹੀਰ ਵੰਨੇ ਪੰਜਾਬ ਦੀ ਗੱਲ ਕਰਦੇ ਆ। ਸਰ, ਮੈਂ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਪੰਜਾਬ ਦੀ, ਪੰਜਾਬੀਅਤ ਦੀ ਅਤੇ ਪੰਜਾਬੀ ਬੰਦੇ ਦੀ ਘਾੜਤ ਨੂੰ ਵੇਖਦੇ ਹਾਂ ਤਾਂ ਇਸ ਘਾੜਤ ਦੇ ਪਿੱਛੇ ਸਾਡੇ ਸਾਰੇ ਨਾਇਕ, ਜਿਨ੍ਹਾਂ ਵਿੱਚ ਗੁਰੂ ਵੀ ਨੇ, ਪੀਰ ਵੀ ਨੇ, ਫਕੀਰ ਵੀ ਨੇ, ਪੈਗੰਬਰ, ਆਸ਼ਕ, ਯੋਧੇ, ਸੂਰਮੇ, ਇਹ ਸਾਰੇ ਨਾਇਕ ਪੰਜਾਬੀ ਬੰਦੇ ਦੀ ਘਾੜਤ ਦੇ ਪਿੱਛੇ ਖੜੇ ਨਜ਼ਰ ਆਉਂਦੇ ਆ ਜਦੋਂ ਅਸੀਂ ਇਤਿਹਾਸਕ ਪ੍ਰਪੇਖ ਵਿੱਚ ਵੇਖਦੇ ਹਾਂ। ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਹੀਰ ਵੰਨੇ ਪੰਜਾਬ ਦੀ ਗੱਲ ਕਰਦੇ ਹੋ, ਹੀਰ ਦੀ ਗੱਲ ਕਰਦੇ ਹੋ, ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਹੀਰ ਇੱਕ ਨਾਇਕ ਦੇ ਤੌਰ 'ਤੇ ਜਾਂ ਵਾਰਿਸ ਦੀ ਹੀਰ ਜਿਹੜੀ ਹੈ ਉਹ ਇਹਨਾਂ ਜਿਹੜੇ ਬਾਕੀ ਨਾਇਕ ਨੇ ਉਹਨਾਂ ਦੇ ਵਿੱਚੋਂ ਪ੍ਰਥਮ ਜਿਹੜਾ ਉਹ ਆਪਣਾ ਦਰਜਾ ਰੱਖਦੀ ਹੈ? ਇੱਕ ਤਾਂ ਜਦੋਂ ਮੈਂ ਹੀਰ ਵੰਨਾ ਕਹਿੰਦਾ ਅਤੇ ਹੀਰ ਵੰਨਾ ਇਹਦਾ ਮਤਲਬ ਇਹ ਹੋਇਆ ਕਿ ਹੀਰ ਦੇ ਰੰਗ ਵਰਗਾ ਜੀ। ਜਿਵੇਂ ਕਣਕ ਵੰਨਾ ਆਪਾਂ ਕਹਿ ਦਿੰਦੇ ਹਾਂ ਵੀ ਕਣਕ ਦੇ ਰੰਗ ਵਰਗਾ ਹੈ। ਵੰਨਾ ਵਰਨ ਤੋਂ ਬਣਦਾ ਹੈ। ਵਰਨ ਦਾ ਮਤਲਬ ਰੰਗ ਹੁੰਦਾ ਜੀ। ਅਤੇ ਵਰਨਾ, ਗੌਰ ਵਰਨਾ, ਸ਼ਿਆਮ ਵਰਨਾ, ਇਹ ਹਿੰਦੀ ਦੇ ਵਿੱਚ ਅਕਸਰ ਸ਼੍ਰੀ ਕ੍ਰਿਸ਼ਨ ਦੇ ਲਈ ਇਹ ਸ਼ਬਦ ਵਰਤੇ ਜਾਂਦੇ ਆ। ਉਹ ਵਰਨਾ ਵੰਨਾ ਬਣ ਗਿਆ ਪੰਜਾਬੀ ਦੇ ਵਿੱਚ, ਆਪਣੇ ਸਾਡੇ ਵਿੱਚ ਢਲਦਾ ਜੀ। ਸੋ ਜੇ ਮੈਨੂੰ ਕੋਈ ਪੁੱਛੇ ਕਿ ਕਿਹੋ ਜਿਹਾ ਪੰਜਾਬ ਤੁਹਾਨੂੰ ਚਾਹੀਦਾ ਤਾਂ ਮੈਨੂੰ ਇਹ ਲੱਗਿਆ ਬਈ ਇਹ ਬੜਾ ਮਾਕੂਲ ਜਵਾਬ ਹੋਏਗਾ ਕਿ ਉਹਨੂੰ ਜੇ ਇੱਕ ਸਤਰ 'ਚ ਕਹਿਣਾ ਹੋਵੇ ਕਿ ਬਈ ਹੋਰ ਤਾਂ ਸਾਨੂੰ ਪਤਾ ਨਹੀਂ, ਪਰ ਸਾਨੂੰ ਹੀਰ ਦੇ ਰੰਗ ਵਰਗਾ ਪੰਜਾਬ ਚਾਹੀਦਾ ਜੀ। ਅਤੇ ਹੀਰ ਦਾ ਰੰਗ ਵਾਰਿਸ ਸ਼ਾਹ ਨੇ ਸੁਰਖ ਦੱਸਿਆ ਕਿ ਰੰਗ ਸੁਰਖ ਜਿਉਂ ਰੰਗ ਸ਼ਹਾਬ ਦਾ ਜੀ। ਕਿ ਸ਼ਹਾਬ ਦਾ ਤਾਰਾ ਜਦੋਂ ਟੁੱਟਦਾ ਹੈ ਅਤੇ ਉਹ ਟੁੱਟਦਾ ਹੋਇਆ ਇੱਕ ਕਿਸਮ ਦੀ ਲਾਲ ਕੇਸਰੀ ਉਹ ਲਕੀਰ ਕੱਢ ਕੇ ਨਾਲ ਜਾਂਦਾ ਹੈ, ਉਸ ਤਾਰੇ ਦੇ ਨਾਲ ਉਹਨਾਂ ਨੇ ਉਹਨੂੰ ਤਸ਼ਬੀਹ ਦਿੱਤੀ ਹੈ। ਅਤੇ ਜਦੋਂ ਮੈਂ ਸੁਰਖ ਰੰਗ ਨੂੰ ਵੇਖਦਾ ਹੈ ਅਤੇ ਮੈਨੂੰ ਜਿਹੜੀ ਤੁਸੀਂ ਪੀਰਾਂ, ਫਕੀਰਾਂ, ਯੋਧਿਆਂ, ਆਸ਼ਕਾਂ, ਦਰਵੇਸ਼ਾਂ ਦੀ ਜਿਹੜੀ ਗੱਲ ਕੀਤੀ ਹੈ, ਅਤੇ ਗੌਰ ਕਰੀਏ ਕਿ ਬਾਬਾ ਫਰੀਦ ਰੱਤੇ ਸ਼ਬਦ ਦਾ ਇਸਤੇਮਾਲ ਕਰਦੇ ਆ ਕਿ ਰੱਤੇ ਇਸ਼ਕ ਖੁਦਾਏ ਜੀ। ਜਦੋਂ ਗੁਰੂ ਨਾਨਕ ਸਾਹਿਬ ਦੇ ਵੱਲ ਆਈਏ ਅਤੇ ਉਹ ਇਸ ਰੰਗ ਦੇ ਬਾਰੇ ਕੀ ਕਹਿੰਦੇ ਆ, ਕਮਾਲ ਦਾ ਇੱਕ ਉਹਨਾਂ ਦੇ ਸ਼ਬਦ ਦੇ ਵਿੱਚ ਇਹ ਸਤਰਾਂ ਆਉਂਦੀਆਂ ਨੇ ਕਿ ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ, ਸੱਚੇ ਰੱਤਾ ਸੱਚ ਜੀ। ਤੁਸੀਂ ਸ਼ਾਹ ਹੁਸੈਨ ਵੱਲ ਆਓ ਤੇ ਰੰਗ ਤੇਰੇ ਮੈਂ ਰਤੀਆਂ, ਕਹੇ ਹੁਸੈਨ ਫਕੀਰ ਸਾਈਂ ਦਾ, ਮੈਂ ਤੇਰੀ ਹੋ ਮੁਖੀਆਂ। ਇਹ ਜਿਹੜਾ ਇਸ ਰੰਗ ਨੂੰ ਸੂਫੀਆਨਾ ਸਿਧਾਂਤ ਦੇ ਵਿੱਚ ਇੱਕ ਅਖੀਰ ਦਾ, ਸਾਵੇ ਹੋਣ ਤੋਂ ਪਹਿਲਾਂ ਦਾ ਰੰਗ ਹੈ ਇਹ। ਔਰ ਇਹ ਬਾਕੀ ਮਾਰਕਸਵਾਦੀਆਂ ਨੇ, ਇਨਕਲਾਬੀਆਂ ਨੇ ਅਤੇ ਲਾਲ ਰੰਗ ਨੂੰ ਅਪਣਾਇਆ ਹੀ ਹੈ। ਮੈਂ ਇਹ ਤਾਂ ਕਰਕੇ ਇਹ ਗੱਲ ਕਹਿ ਰਿਹਾ
ਕਿ ਇਹ ਸਾਨੂੰ ਮੈਟਾਫਰਜ਼ ਨੂੰ ਜੇ ਖੋਲ੍ਹਣਾ ਆਏ ਤਾਂ ਸਾਨੂੰ ਇਹ ਦਿਸਣਾ ਸ਼ੁਰੂ ਹੋਏਗਾ ਕਿ ਇਹ ਜਿਹੜੀਆਂ ਹਸਤੀਆਂ ਅਲੱਗ-ਅਲੱਗ ਦਿਸਦੀਆਂ ਨੇ ਕਿ ਹੀਰ ਤੇ ਰਾਂਝਾ ਇਕੱਠੇ ਨੇ ਕਿ ਮਰਦ ਔਰਤ ਨੇ, ਤੇ ਇਹਨਾਂ ਦਾ ਮਿਰਜ਼ਾ ਸਾਹਿਬਾਂ ਦੇ ਨਾਲ ਕਿਹੋ ਜਿਹਾ ਸੰਬੰਧ ਹੈ, ਜਾਂ ਸੋਹਣੀ ਸੱਸੀ ਜਾਂ ਮਹੀਵਾਲ ਪੁੰਨੂ ਦੇ ਨਾਲ ਇਹ ਕਿਵੇਂ ਜੁੜਦੇ ਨੇ, ਤੇ ਇਹ ਸਾਰੇ ਪੂਰਨ ਭਗਤ ਦੇ ਨਾਲ ਕਿਵੇਂ ਜੁੜਦੇ ਹੈ। ਤੇ ਫਿਰ ਇੱਕ ਉਹਦੇ ਵਿੱਚ ਵੀ ਇੱਕ ਬੜੀ ਚੁੱਪ ਨਾਇਕਾ ਹੈ ਸੁੰਦਰਾਂ, ਕਿ ਸੁੰਦਰਾਂ ਦੇ ਨਾਲ ਪੂਰਨ ਦਾ ਜਿਹੜਾ ਸੰਬੰਧ ਹੈ ਉਹਨੂੰ ਵੀ ਪੰਜਾਬੀਆਂ ਨੇ ਬਹੁਤ ਉਹਦੀ ਉਹ ਕਦਰ ਕਰਦੇ ਆ। ਮੇਰਾ ਇਹ ਕਹਿਣਾ ਹੈ ਕਿ ਜਦੋਂ ਤੇ ਅਸੀਂ ਇਹਨਾਂ ਹਸਤੀਆਂ ਦੇ ਨਾਵਾਂ ਤੇ ਉਹਨਾਂ ਦੇ ਲਿੰਗਾਂ ਦੇ ਜ਼ਰੀਏ ਅਸੀਂ ਉਹਨਾਂ ਦੀ ਪਛਾਣਾਂ ਦਾ ਜ਼ਿਕਰ ਕਰਾਂਗੇ ਤਾਂ ਬਿਲਕੁਲ ਉਹਨਾਂ ਦੀਆਂ ਆਪਣੀਆਂ ਆਪਣੀਆਂ ਮਖਸੂਸ ਕੁਝ ਵਿਸ਼ੇਸ਼ਤਾਵਾਂ ਨੇ, ਪਰ ਜਿਹੜੀ ਉਹਨਾਂ ਦੇ ਅੰਦਰ ਸਾਂਝ ਦਿਸਦੀ ਹੈ ਉਹ ਇਹ ਹੈ। ਔਰ ਵਾਰਿਸ ਸ਼ਾਹ ਨੇ ਇਸ ਗੱਲ ਨੂੰ ਬਹੁਤ ਟਿਕਾ ਕੇ ਵਾਰ-ਵਾਰ ਆਪਣੇ ਕਿੱਸੇ ਦੇ ਵਿੱਚ ਲਿਆਂਦਾ ਕਿ ਇਸ਼ਕ ਗੁਰੂ ਹੈ ਸਾਰਿਆਂ ਆਸ਼ਕਾਂ ਦਾ, ਕਿ ਇਹਨਾਂ ਦੇ ਅੰਦਰ ਵੱਡੀ ਸਾਂਝ ਹੈ ਕਿ ਇਹ ਇਸ਼ਕ ਨੂੰ ਪ੍ਰਣਾਈਆਂ ਹੋਈਆਂ ਹਸਤੀਆਂ ਨੇ। ਇਹ ਇਸ਼ਕ ਵਾਲਾ ਹੋ ਸਕਣਾ, ਇਸ਼ਕ ਧਾਰੀ ਹੋ ਸਕਣਾ, ਇਹ ਕੀ ਮੁਕਾਮ ਹੈ ਪੰਜਾਬ ਦੇ ਵਿੱਚ, ਇਹ ਕਿੱਥੋਂ ਆਉਂਦਾ ਹੈ। ਫਰੀਦ ਸਾਹਿਬ ਤੋਂ ਜੇ ਆਪਾਂ ਗੱਲ ਸ਼ੁਰੂ ਕਰੀਏ, ਜਿੱਥੋਂ ਪੰਜਾਬ ਦੇ ਬੰਦੇ ਦੀ ਘਾੜਤ ਦੀ ਇੱਕ ਸਾਨੂੰ ਸੋਝੀ ਆਉਂਦੀ ਹੈ ਕਿ ਉਹ ਇਹ ਕਹਿੰਦੇ ਆ ਕਿ ਦਿਲ ਮੁਹੱਬਤ ਜਿਨ ਸੇਈ ਸੱਚਿਆ। ਸੱਚੇ ਹੋਣ ਦੀ ਪਹਿਲੀ ਸ਼ਰਤ ਉਹਨਾਂ ਨੇ ਇਹ ਦੱਸੀ ਹੈ ਕਿ ਜਿਨ੍ਹਾਂ ਦੇ ਦਿਲਾਂ ਵਿੱਚ ਮੁਹੱਬਤ ਦਾ ਵਾਸ ਹੈ, ਜਿੱਥੇ ਪ੍ਰੇਮ ਖਿੜਦਾ ਹੈ, ਜਿੱਥੇ ਇਸ਼ਕ ਦੇ ਪਾਣੀ ਵਹਿੰਦੇ ਹੈ, ਇਹ ਪਹਿਲੀ ਸ਼ਰਤ ਉਹਨਾਂ ਨੇ ਸੱਚੇ ਹੋਣ ਦੀ ਇਹ ਦੱਸੀ। ਗੁਰੂ ਨਾਨਕ ਸਾਹਿਬ ਆ ਕੇ ਆਪਣੇ ਇੱਕ ਉਹਨਾਂ ਦੀ ਲਾਈਨ ਹੈ, ਕੋਈ 200 ਸਾਲ ਬਾਅਦ ਉਹ ਫਰੀਦ ਸਾਹਿਬ ਤੋਂ ਇਹ ਗੱਲ ਕਹਿੰਦੇ ਆ ਕਿ ਦਾਨਸ ਬੰਦ ਸੋਈ ਦਿਲ ਧੋਵੈ। ਸਿਆਣਾ ਉਹ ਹੈ, ਬੁੱਧੀਜੀਵੀ, ਜੇ ਅੱਜ ਦੇ ਦੌਰ ਦੀ ਭਾਸ਼ਾ 'ਚ ਉਹਨੂੰ ਕਹਿਣਾ ਹੋਵੇ ਤਾਂ ਉਹ ਬੁੱਧੀਜੀਵੀ ਹੈ ਜਾਂ ਉਹ ਇੰਟੈਲੈਕਚੁਅਲ ਹੈ ਜਿਹੜਾ ਆਪਣਾ ਦਿਲ ਧੋਂਦਾ ਹੈ। ਮੈਨੂੰ ਬਹੁਤ ਇਸ ਗੱਲ ਦੀ ਡੂੰਘੀ ਇੱਕ ਲਿਹਾਜ਼ ਦੇ ਨਾਲ ਕੋਈ ਰਮਜ਼ ਮੇਰੇ ਸਾਹਮਣੇ ਖੁੱਲ੍ਹੀ ਕਿ ਅਸੀਂ ਬੁੱਧੀ ਨੂੰ ਇੱਕ ਨਿਰੋਲ ਮਨ ਦਾ, ਰੁੱਖੇ ਗਿਆਨ ਦਾ ਹੀ ਇੱਕ ਬਣਾ ਲਿਆ ਉਹਦੇ ਵਿੱਚੋਂ। ਔਰ ਇਸ ਕਿਸਮ ਦੇ ਪੰਡਤਾਊ ਜਾਂ ਸ਼ਾਸਤਰੀ ਗਿਆਨ ਦੇ ਖਿਲਾਫ, ਜਿਨ੍ਹਾਂ ਨੂੰ ਅਸੀਂ ਮੁੱਲਾ, ਪੰਡਿਤ, ਕਾਜ਼ੀ ਜਾਂ ਭਾਈ ਜੀ ਕਹਿ ਲੈਂਦੇ ਹਾਂ, ਉਹਨਾਂ ਦੇ ਖਿਲਾਫ ਹੀ ਤੇ ਪੰਜਾਬੀ ਬੰਦੇ ਦੀ ਘਾੜਤ ਦਾ ਸਾਰਾ ਇੱਕ ਮਸਲਾ ਖੜਾ ਹੋਇਆ ਕਿ ਪੰਜਾਬੀ ਜੇ ਇਹਨਾਂ ਦੇ ਮੁਤਾਬਕ ਚੱਲੇ ਤਾਂ ਫਿਰ ਉਹ ਪੰਜਾਬੀ ਤੇ ਫਿਰ ਉਹ ਨਹੀਂ ਹੈਗੇ। ਪੰਜਾਬੀ ਹੋਣ ਦੇ ਲਈ ਤੁਹਾਡਾ ਆਸ਼ਿਕ ਹੋਣਾ ਪਹਿਲੀ ਸ਼ਰਤ ਹੈ। ਇਹ ਇਹਨਾਂ ਨੇ ਸਥਿਰ ਕਰ ਦਿੱਤਾ। ਦੂਜੀ ਸ਼ਰਤ ਉਹਨਾਂ ਨੇ ਇਹ ਰੱਖੀ ਕਿ ਆਸ਼ਿਕ ਉਹੀ ਹੋਏਗਾ ਜਿਹੜਾ ਸਾਂਝਾ ਹੋਏਗਾ, ਉਹ ਕਿਸੇ ਫਿਰਕੇ ਦਾ, ਕਿਸੇ ਧਰਮ ਦਾ, ਕਿਸੇ ਜ਼ਾਤ ਦਾ, ਕਿਸੇ ਲਿੰਗ ਦਾ ਨਹੀਂ ਹੋਏਗਾ। ਜੇ ਉਹ ਉਹੋ ਜਿਹਾ ਹੈਗਾ ਫਿਰ ਉਹ ਸਾਡੇ ਲਈ ਫਿਰ ਉਹ ਕੋਈ ਸੱਚਾ ਆਸ਼ਿਕ ਨਹੀਂ ਹੈ। ਉਹਦੇ ਵਿੱਚ ਫਿਰ ਜਿਹੜਾ ਅਗਲਾ ਮੁਕਾਮ ਉਹ ਲੈ ਕੇ ਆਉਂਦੇ ਆ ਕਿ ਸਚਲ ਸਰਮਸਤ ਕਹਿੰਦੇ ਨੇ, ਸਿੰਧ ਦੇ ਸੂਫੀ ਨੇ, ਬੜਾ ਅਸਰ ਆ ਉੱਥੇ ਗੁਰੂ ਨਾਨਕ ਸਾਹਿਬ ਦਾ ਸਿੰਧ ਦੇ ਸੂਫੀਆਂ ਦੇ ਉੱਪਰ। ਉਹ ਕਹਿੰਦੇ ਆ ਕਿ ਇਸ ਕਿਸਮ ਦਾ ਉਹਦਾ ਭਾਵ ਹੈ ਕਿ ਇਹ ਮੀਆਂ ਰਾਂਝਾ ਸਭ ਜੀਆਂ ਕਾ ਸਾਂਝਾ। ਜੀ ਬੁੱਲੇ ਸ਼ਾਹ ਕਹਿੰਦੇ ਆ ਰਾਂਝੇ ਨੂੰ ਜੇ ਅਸੀਂ ਇੱਕ ਆਦਰਸ਼ ਆਸ਼ਿਕ ਮੰਨ ਲਈਏ ਤੇ ਉਹ ਇਹ ਕਹਿੰਦੇ ਆ ਕਿਉਂਕਿ ਕਿਸੇ ਹੋਰ ਹੀਰ ਤੇ ਰਾਂਝੇ ਤੋਂ ਇਲਾਵਾ ਇਹਨਾਂ ਦੋ ਦੇ ਜ਼ਰੀਏ ਹੀ ਜਿਨ੍ਹਾਂ ਨੇ ਕਿੱਸੇ ਨਹੀਂ ਵੀ ਲਿਖੇ ਹੀਰ ਦੇ, ਜਿਨ੍ਹਾਂ ਨੇ ਸੂਫੀਆਨਾ ਕਲਾਮ ਦੇ ਵਿੱਚ ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ ਦੇ ਉੱਪਰ ਜੇ ਆਈਏ ਤਾਂ ਇਹਨਾਂ ਨੇ ਆਪਣੀ ਸਾਰੀ ਗੱਲ ਹੀਰ ਰਾਂਝੇ ਦੇ ਮੈਟਾਫਰਸ ਦੇ ਜ਼ਰੀਏ ਕੀਤੀ ਹੈ। ਗਿਣਤੀ 'ਚ ਵੀ ਸਭ ਤੋਂ ਵੱਧ ਕਿੱਸੇ ਹੀਰ ਤੇ ਰਾਂਝੇ ਦੇ ਲਿਖੇ ਗਏ ਤੇ ਉਹ ਖਾਸ ਤੌਰ ਤੇ ਉਹਨਾਂ ਦੀ ਗਿਣਤੀ 'ਚ ਇਜ਼ਾਫਾ ਹੋਇਆ 19ਵੀਂ ਸਦੀ ਦੇ ਵਿੱਚ, ਜਦੋਂ ਕਿ ਵਾਰਿਸ ਸ਼ਾਹ ਦੇ ਲਿਖੇ ਹੀਰ ਦੇ ਕਿੱਸੇ ਨੇ ਇੱਕ ਆਪਣਾ ਮੁਕਾਮ ਹਾਸਲ ਕਰ ਲਿਆ ਸੀ ਕਿ ਜੇ ਕਿਸੇ ਨੇ ਹੁਣ ਪੰਜਾਬ ਦੇ ਵਿੱਚ ਸ਼ਾਇਰ ਦੇ ਵਜੋਂ ਜਾਣੇ ਜਾਣਾ ਤਾਂ ਉਹਨੂੰ ਹੀਰ ਲਿਖ ਕੇ ਦਿਖਾਉਣੀ ਪਏਗੀ। ਵਾਰਿਸ ਸ਼ਾਹ ਦੇ ਨਾਲ ਉਹ ਕੋਈ ਮੁਕਾਬਲਾ ਕਰਕੇ ਦਿਖਾਵੇ ਜਾਂ ਕਿਸੇ ਗੱਲ ਨੂੰ ਉਸ ਤੋਂ ਵਧਾ ਕੇ ਦਿਖਾਵੇ, ਇਹ ਇੱਕ ਮਿਆਰ ਬਣ ਗਿਆ ਕਿ ਇਸ ਤੋਂ ਘੱਟ ਬਈ ਹੁਣ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਹੈ ਜੇ ਤੁਸੀਂ ਪੰਜਾਬੀ ਦਾਨਸ਼ਵਰ ਜਾਂ ਪੰਜਾਬੀ ਲੇਖਕ
ਜੇ ਕਹਾਉਣਾ ਚਾਹੁੰਦੇ ਹੋ ਤੇ ਮੈਂ ਸਮਝਦਾ ਕਿ ਇੱਥੇ ਆ ਕੇ ਵਾਰਿਸ ਦੀ ਮਹਾਨਤਾ ਦਾ ਇੱਕ ਹੋਰ ਬਾਬ ਖੁੱਲ੍ਹਦਾ ਹੈ। ਮੈਂ ਜਿਹੜੀ ਤੁਹਾਡੇ ਨਾਲ ਸਾਂਝਾ ਹੋਣ ਦੀ ਗੱਲ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਗੁਰਮੁਖ ਜਿਸ ਨੂੰ ਕਹਿੰਦੇ ਆ, ਉਹ ਸਾਂਝਾ ਹੈ। ਉਹ ਵਾਰ-ਵਾਰ ਇਸ ਗੱਲ ਤੇ ਉੱਪਰ ਆਉਂਦਾ ਕਿ ਉਹਨੇ ਸੱਚ ਧਾਰਨ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਵੀ ਇਹੋ ਹੀ ਹੈ ਕਿ ਹਰ ਉਹ ਬੰਦਾ ਸਿੱਖ ਹੈ ਜਿਹੜਾ ਆਪੋ ਆਪਣੇ ਕਰਮ ਦੇ ਵਿੱਚ ਸੱਚਾ ਹੈ। ਹਰ ਸੱਚਾ ਮੁਸਲਮਾਨ ਸਿੱਖ ਹੈ, ਹਰ ਸੱਚਾ ਹਿੰਦੂ ਸਿੱਖ ਹੈ, ਹਰ ਸੱਚਾ ਜੋਗੀ ਸਿੱਖ ਹੈ, ਹਰ ਸੱਚਾ ਸੂਫੀ ਸਿੱਖ ਹੈ। ਭਾਈ ਮਰਦਾਨਾ ਉਹਨਾਂ ਦੇ ਨਾਲ ਰਹੇ ਨੇ, ਸਭ ਤੋਂ ਜ਼ਿਆਦਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਕਲਾਮ ਉਹਨਾਂ ਦੇ ਮੂੰਹੋਂ ਸੁਣਿਆ, ਉਹਨਾਂ ਥਾਵਾਂ ਦੀ ਸੰਗਤ ਕੀਤੀ ਹੈ, ਪਰ ਉਹਨਾਂ ਨੇ ਸਿੱਖੀ ਦੇ ਵਿੱਚ ਤੇ ਨਹੀਂ ਲਿਆਂਦਾ। ਉਹਨਾਂ ਦਾ ਜਦੋਂ ਉਹਨਾਂ ਦਾ ਚਲਾਣਾ ਹੋਇਆ ਅਫਗਾਨਿਸਤਾਨ ਪਾਕਿਸਤਾਨ ਦੇ ਸਰਹੱਦ ਦੇ ਨੇੜੇ, ਤਾਂ ਉਹਨਾਂ ਨੇ ਕਬਰ ਦੇ ਵਿੱਚ ਉਹਨਾਂ ਦੀ ਰਬਾਬ ਦੇ ਨਾਲ ਦਫਨਾਇਆ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ। ਇੱਥੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸੱਚ ਧਾਰਨ ਕਰਨ ਦੇ ਜਿਹੜੇ ਇਖਲਾਕੀ ਪਸਾਰ ਨੇ, ਉਹਦੇ ਵਿੱਚ ਵੀ ਇਸ ਕਿਸਮ ਦੀ ਸਾਂਝੀਵਾਲਤਾ ਇੱਕ ਵੱਡਾ ਜ਼ਰੂਰੀ ਉਹਦਾ ਅੰਗ ਬਣਦੀ ਹੈ। ਅਤੇ ਗੁਰੂ ਅਰਜਨ ਸਾਹਿਬ ਤੇ ਫਿਰ ਇਸ ਨੂੰ ਆ ਕੇ ਸਥਿਰ ਕਰ ਦਿੰਦੇ ਆ ਕਿ ਸਭੈ ਸਾਂਝੀਵਾਲ ਸਦਾਇਨ, ਤੂੰ ਕਿਸੇ ਨਾ ਦੀਖੈ ਬਾਹਰਾ ਜੀਓ। ਸਿੱਖ ਹੋਣ ਦੇ ਲਈ ਸਾਂਝੀਵਾਲ ਹੋਣਾ ਉਹਨਾਂ ਨੇ ਇੱਕ ਬੁਨਿਆਦੀ ਸ਼ਰਤ ਬਣਾ ਦਿੱਤੀ ਹੈ। ਇਸ ਗੱਲ ਦੇ ਉੱਪਰ ਆਪਾਂ ਗੌਰ ਕਰੀਏ। ਫਿਰ ਉਹੀ ਕਹਿੰਦੇ ਨੇ ਕਿ ਨਾ ਕਹੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਹੋ ਬਨ ਆਈ। ਸਾਰਿਆਂ ਦੇ ਨਾਲ ਸਾਂਝੇ ਹੋ ਕੇ ਰਹਿਣਾ ਹੈ, ਇਹ ਸਾਡੇ ਤੇ ਬਣ ਆਈ ਹੈ। ਇਹ ਕੋਈ ਮਾੜੀ ਮੋਟੀ ਗੱਲ ਨਹੀਂ, ਇਹ ਇੱਕ ਬੁਨਿਆਦੀ ਆਧਾਰ ਹੈ ਆਪਣੇ ਆਪ ਨੂੰ ਸਿੱਖ ਜਾਂ ਗੁਰਸਿੱਖ ਕਹਾਉਣ ਦਾ। ਦੂਜੇ ਪਾਸੇ ਆਸ਼ਕ ਇੰਜ ਘੜਿਆ ਜਾ ਰਿਹਾ ਹੈ ਕਿ ਉਹ ਸਾਂਝਾ ਹੈ। ਬੁੱਲੇ ਸ਼ਾਹ ਕਹਿੰਦੇ ਹੀ ਹੈ ਰਾਂਝੇ ਦਾ ਹਵਾਲਾ ਦੇ ਕੇ ਕਿ ਬੰਸੀ ਵਾਲਿਆ ਕਾਨਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ। ਨਜਮ ਹੁਸੈਨ ਸੈਯਦ ਇਸ ਗੱਲ ਨੂੰ ਕਹਿੰਦੇ ਆ ਕਿ ਜਿਹੜਾ ਸਾਂਝਾ ਉਹੀ ਉਹ ਰਾਂਝਾ, ਸਾਂਝਾ ਹੋਏ ਬਿਨਾ ਰਾਂਝਾ ਨਹੀਂ ਹੋਇਆ ਜਾ ਸਕਦਾ। ਸਾਡੇ ਇਹਨਾਂ ਵੱਡਿਆਂ ਸਿਰਜਕਾਂ ਨੂੰ ਇਸ ਗੱਲ ਦੀ ਸਮਝ ਹੈ। ਸੋ ਮੈਂ ਪਹਿਲੀ ਗੱਲ ਤਾਂ ਇਹ ਕਹਿ ਰਿਹਾ ਕਿ ਪੰਜਾਬੀ ਬੰਦਾ ਹੋਣ ਦਾ ਮਤਲਬ ਹੈ ਕਿ ਉਹਨੇ ਇਸ਼ਕ ਧਾਰਨ ਕੀਤਾ ਹੋਇਆ। ਇਸ਼ਕ ਧਾਰਨ ਕਰਨ ਦਾ ਮਤਲਬ ਹੈ ਕਿ ਉਹ ਇਹਨਾਂ ਵਲਗਣਾ ਨੂੰ ਛੱਡ ਕੇ ਸੱਚ ਦੇ ਲਈ ਤਿਆਰ ਹੋ ਰਿਹਾ, ਗਿਆਨ ਦੇ ਲਈ। ਔਰ ਗਿਆਨ ਜੇ ਸਾਂਝੀਵਾਲਤਾ ਦੇ ਨਾਲ ਨਹੀਂ ਜੁੜਦਾ ਤਾਂ ਉਹਦਾ ਕੋਈ ਮਤਲਬ ਨਹੀਂ ਹੈ। ਅਗਲੇਰਾ ਜਿਹੜਾ ਸਟੈਪ ਆਉਂਦਾ ਤੁਹਾਡੀ ਗੱਲ ਦੇ ਨਾਲ ਜਿਹੜਾ ਜੁੜਦਾ ਹੈ ਕਿ ਸੱਚ ਦੇ ਲਈ, ਇਸ਼ਕ ਦੇ ਲਈ ਲੜਦਿਆਂ ਇਹਨਾਂ ਨੂੰ ਜੇ ਆਪਣੀ ਜਾਨ ਵੀ ਦੇਣੀ ਪਵੇ ਤਾਂ ਉਹ ਇਹਨਾਂ ਦੇ ਲਈ ਸਵਾਬ ਦਾ ਕੰਮ ਹੈ, ਉਹਦੇ ਤੋਂ ਪਿੱਛੇ ਨਹੀਂ ਹਟਣਗੇ। ਇਸ਼ਕ ਦੇ ਨਾਲ ਸ਼ਹਾਦਤ ਨੂੰ ਸਿੱਧਾ ਸਿੱਧਾ ਇੱਥੇ ਜੋੜ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਤੇ ਕਹਿੰਦੇ ਹੀ ਨੇ ਜਚਾ ਕੇ ਕਿ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਤੇ ਫਿਰ ਦ੍ਰਿੜ ਕਰਵਾਉਂਦੇ ਆ ਕਿ ਇਤ ਮਾਰਗ ਪੈਰ ਧਰੀ ਜਾਏ, ਸਿਰ ਦੀ ਜਾਏ ਤਾਣ ਨਾ ਕੀ ਜਾਏ। ਤੁਸੀਂ ਵੇਖੋ ਕਿ ਗੁਰੂ ਅਮਰਦਾਸ ਕੀ ਕਹਿੰਦੇ ਆ ਕਿ ਸਿੱਖੀ ਕਮਾਉਣ ਦੇ ਲਈ ਕਿ ਖੰਨਿਓ ਤਿੱਖੀ ਵਾਲਹ ਨਿੱਕੀ, ਏਤ ਮਾਰਗ ਜਾਣਾ। ਸੁਲਤਾਨ ਬਾਹੂ ਕੀ ਕਹਿੰਦੇ ਆ ਕਿ ਜਿਸ ਥੀ ਖਲਕ ਉਸੇ ਰਾਹ ਥੀ ਜਾਈਏ ਬਾਹੂ, ਜਿਸ ਥੀ ਖਲਕਤ ਡਰਦੀ ਹੂ। ਇਹ ਕੀ ਕਹਿੰਦੇ ਨੇ ਆਪਣੇ ਆਸ਼ਿਕ ਹੋਵੇਂ ਤਾਂ ਇਸ਼ਕ ਕਮਾਵੇਂ, ਰਾਹ ਇਸ਼ਕ ਦਾ ਸੂਈ ਦਾ ਨੱਕਾ। ਉੱਥੇ ਉਹ ਕਹਿ ਰਿਹਾ ਕਿ ਵਾਲਹ ਨਿੱਕੀ ਖੰਨਿਓ ਤਿੱਖੀ। ਇੱਥੇ ਆਖਿਆ ਜਾ ਰਿਹਾ ਕਿ ਰਾਹ ਇਸ਼ਕ ਦਾ ਸੂਈ ਦਾ ਨੱਕਾ, ਤਾਗਾ ਹੋਏ ਤਾਂ ਜਾਵੇਂ। ਅਗਲੇਰੇ ਪਾਸੇ ਤੁਸੀਂ ਆਓ ਕਿ ਸ਼ਾਹ ਹੁਸੈਨ ਤੇ ਫਿਰ ਇਸ ਦੇ ਉੱਪਰ ਆਈ ਜਾਂਦੇ ਆ ਕਿ ਸ਼ਾਹ ਹੁਸੈਨ ਸ਼ਹਾਦਤ ਪਾਇਣ ਜੋ ਮਰਨ ਮਿੱਤਰਾਂ ਦੇ ਅੱਗੇ। ਤੇ ਵਾਰਿਸ ਸ਼ਾਹ ਕਹਿ ਹੀ ਰਹੇ ਨੇ ਕਿ ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਇਹ ਨਹੀਂ ਸੁਖਾਲੀਆਂ ਯਾਰੀਆਂ ਵੇ। ਤੇ ਇਹ ਅਗਾਂਹ ਤੱਕ ਆਉਂਦਾ। ਤੇ ਗਦਰੀਆਂ ਦੇ ਕਲਾਮ ਨੂੰ ਜੇ ਤੁਸੀਂ ਧਿਆਨ ਦੇ ਨਾਲ ਪੜ੍ਹੋ ਤੇ ਉਹਨਾਂ ਦੇ ਅੰਦਰ ਗੁਰਮੁਖ ਹੋਣਾ, ਆਸ਼ਿਕ ਹੋਣਾ, ਸ਼ਹੀਦ ਹੋਣਾ, ਸਾਂਝੀਵਾਲਤਾ ਦੇ ਲਈ ਖੜੇ ਹੋਣਾ, ਉਹਨਾਂ ਦੇ ਕਲਾਮ ਦੇ ਵਿੱਚ ਇਹ ਸਾਰੀਆਂ ਪ੍ਰਵਿਰਤੀਆਂ ਆ ਕੇ ਇੱਕ ਰਾਜਨੀਤਿਕ ਪੱਧਰ ਦੇ ਉੱਪਰ ਐਡਾ ਵੱਡਾ ਉਹਨਾਂ ਦੀਆਂ ਸ਼ਹਾਦਤਾਂ ਵੀ ਤੇ ਉਹਨਾਂ ਦਾ ਕਲਾਮ ਵੀ ਅੱਜ ਵੀ ਸਾਡੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੀ ਨਹੀਂ ਹੈ, ਉਹ ਇੱਕ ਇਲਮ ਦਾ,
ਤੇ ਪੰਜਾਬੀ ਬੰਦੇ ਦੀ ਇੱਕ ਇਲਮੀ ਘਾੜਤ ਕਿਵੇਂ ਹੋਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਸਾਡੇ ਸਾਹਮਣੇ ਗਦਰੀ ਪੰਜਾਬੀ ਬੰਦੇ ਦੀ ਇੱਕ ਬਿਹਤਰੀਨ ਮਿਸਾਲ ਦੇ ਵਜੋਂ ਸਾਹਮਣੇ ਆਉਂਦੇ ਹੈ। ਤੇ ਯਾਦ ਰੱਖੀਏ ਕਿ ਉਹ ਸਧਾਰਨ ਪੇਂਡੂ ਕਿਰਤੀ ਕਿਸਾਨ ਨੇ, ਕੋਈ ਬਹੁਤੇ ਪੜ੍ਹੇ ਲਿਖੇ ਹੋਏ ਉਹ ਨਹੀਂ ਨੇ, ਪਰ ਇਹਨਾਂ ਗੱਲਾਂ ਨੂੰ ਉਹਨਾਂ ਨੇ ਜਿਵੇਂ ਸਮਝ ਕੇ ਅੱਗੇ ਰੱਖਿਆ, ਉਹਨੇ ਆਪਣੇ ਆਪ ਦੇ ਵਿੱਚ ਇੱਕ ਮੁਕਾਮ ਹਾਸਲ ਕੀਤਾ। ਇਹ ਤੁਹਾਡੇ ਉਸ ਕਹਿਣ ਵਿੱਚ ਛੋਟੇ ਪਰ ਦਰਅਸਲ ਬਹੁਤ ਵੱਡੇ ਜਵਾਬ ਦਾ ਇੱਕ ਅਧੂਰਾ ਜਿਹਾ ਜਵਾਬ ਸੀ। ਮੈਂ ਇਹਦੇ ਨਾਲ ਥੋੜਾ ਜਿਹਾ ਹੋਰ ਇਸ ਜਿਹੜਾ ਪਹਿਲਾ ਸਵਾਲ ਉਹਨੂੰ ਹੋਰ ਥੋੜਾ ਐਲੈਬੋਰੇਟ ਕਰਨਾ ਚਾਹੁੰਦਾ ਕਿ ਜਦ ਤੁਸੀਂ ਤਾਂ ਪਿਛੋਕੜ ਤੋਂ ਲੈ ਕੇ ਹੁਣ ਤੱਕ ਸਾਰੇ ਕਾਸੇ ਨੂੰ ਸੀਕੁਐਂਸ ਦੇ ਵਿੱਚ ਵੇਖਦੇ ਹੋ, ਪਰ ਮੈਂ ਇੱਕ ਹੋਰ ਤੁਹਾਡੀ ਗੱਲ ਤੇ ਧਿਆਨ ਦਿਵਾਉਣਾ ਚਾਹੁੰਦਾ ਕਿ ਜਦ ਧਾਰਮਿਕ ਚਿੰਤਨ ਜਾਂ ਧਾਰਮਿਕ ਵਿਆਖਿਆ ਦੀ ਗੱਲ ਚੱਲਦੀ ਹੈ, ਖਾਸ ਕਰ ਮੈਂ ਸਿੱਖ ਪਰੰਪਰਾ ਦੇ ਵਿੱਚ ਗੱਲ ਕਰਾਂ, ਜਿੱਥੇ ਵੀ ਧਾਰਮਿਕ ਵਿਆਖਿਆ ਹੁੰਦੀ ਹੈ, ਉਹਦੇ ਪ੍ਰਸੰਗ 'ਚ ਮੈਂ ਨਾਇਕ ਦਾ ਸਵਾਲ ਪੁੱਛਿਆ ਸੀਗਾ ਕਿ ਉੱਥੇ ਜਿਹੜਾ ਹੀਰ ਤੇ ਰਾਂਝਾ ਤੇ ਸਾਡੇ ਦੂਸਰੇ ਧਾਰਮਿਕ ਨਾਇਕ ਨੇ ਉਹ ਵਿਰੋਧੀ ਜੁੱਟ ਦੇ ਤੌਰ ਤੇ ਖੜਾ ਦਿੱਤੇ ਜਾਂਦੇ ਆ ਕਿ ਜੀ ਹੀਰ ਤੇ ਜਿਹੜਾ ਰਾਂਝਾ ਉਹ ਸਾਡੇ ਨਾਇਕ ਨਹੀਂ, ਆਸ਼ਿਕ ਜਾਂ ਇਸ਼ਕ ਸਾਡਾ ਹਿੱਸਾ ਨਹੀਂ ਹੈ, ਅਸੀਂ ਇੱਧਰ ਬੱਚਿਆਂ ਨੂੰ ਨਹੀਂ ਲੈ ਕੇ ਜਾਣਾ। ਤਾਂ ਉਹ ਜਿਹੜਾ ਇੱਕ ਪ੍ਰਵਚਨ ਜਿਹੜਾ ਡਿਸਕੋਰਸ ਖੜਾ ਕੀਤਾ ਗਿਆ, ਤੁਸੀਂ ਕਿਵੇਂ ਸਮਝਦੇ ਹੋ ਉਹਨੂੰ? ਮੈਂ ਸਮਝਦਾ ਵੀ ਉਹ ਵੱਡੀ ਅਗਿਆਨਤਾ ਹੈ ਉਹਦੇ ਵਿੱਚ। ਜਿਹੜਾ ਮੈਂ ਤੇ ਉਹਨਾਂ ਨੂੰ ਕੋਈ ਧਾਰਮਿਕ ਵਿਆਖਿਆ ਵੀ ਨਹੀਂ ਕਹਿਣੀ ਚਾਹੁੰਦਾ, ਜਿਨ੍ਹਾਂ ਨੂੰ ਸਿੱਖੀ ਦੀ ਸਮਝ ਨਹੀਂ ਹੈ, ਜੇ ਉਹ ਇਹਦੇ ਬਾਰੇ ਬੋਲ ਕੇ ਕਿਤਾਬਾਂ ਲਿਖ ਕੇ ਤੇ ਉਹੋ ਜਿਹੀਆਂ ਜੇ ਚੜ੍ਹਾਈ ਜਾਂਦੇ ਜਾ ਰਹੇ ਨੇ ਤਾਂ ਇਹਦੇ ਨਾਲ ਉਹ ਸਹੀ ਨਹੀਂ ਸਿੱਧ ਹੋ ਜਾਂਦੇ। ਜੇ ਉਹਨਾਂ ਦੇ ਨਾਲ ਬੰਦੇ ਵੀ ਲੱਗੇ ਹੋਏ ਨੇ ਤੇ ਉਹਨਾਂ ਦੇ ਕੋਲ ਇੱਕ ਅੱਛੇ ਖਾਸੇ ਪ੍ਰਚਾਰ ਪ੍ਰਸਾਰ ਦੇ ਸਾਧਨ ਨੇ ਤਾਂ ਇਹਦੇ ਨਾਲ ਉਹ ਠੀਕ ਨਹੀਂ ਹੋ ਜਾਂਦੇ। ਪਰ ਹਾਂ, ਉਹ ਇੱਕ ਸਮਾਜੀ ਤਾਕਤ ਜ਼ਰੂਰ ਨੇ। ਇਹ ਇਸ ਕਰਕੇ ਹੋਇਆ ਕਿ ਜਿਹੜੀ ਉਹਨਾਂ ਦੀ ਗੱਲ ਹੋਈ ਕਿ ਸਿਆਣੇ ਪੰਜਾਬੀਆਂ ਨੇ, ਪੜ੍ਹੇ ਲਿਖੇ ਪੰਜਾਬੀਆਂ ਨੇ, ਵਿਗਿਆਨਕ ਚੇਤਨਾ ਦੇ ਨਾਲ ਲੈਸ ਪੰਜਾਬੀਆਂ ਨੇ ਸਿੱਖੀ ਨੂੰ ਇੱਕ ਰਵਾਇਤੀ ਧਰਮ ਦੇ ਵਜੋਂ ਉਹਨੂੰ ਡਿਕਲੇਅਰ ਕਰਕੇ ਆਪਣੇ ਆਪ ਦਾ ਨਾਤਾ ਉਹਦੇ ਨਾਲੋਂ ਤੋੜ ਲਿਆ ਕਿ ਅਸੀਂ ਇਹ ਕੰਮ ਨਹੀਂ ਕਰਨਾ, ਇਹ ਇਹਨਾਂ ਨੂੰ ਕਰਨ ਦਿਓ। ਹੁਣ ਅਗਲਿਆਂ ਨੇ ਜਿਹੋ ਜਿਹੀ ਉਹਦੀ ਵਿਆਖਿਆ ਕਰ ਦਿੱਤੀ, ਉਹ ਜਿਹੋ ਜਿਹੀ ਆਪਣੀ ਇੱਕ ਸਮਾਜੀ ਤਾਕਤ ਬਣ ਕੇ ਉਹ ਹੁਣ ਜਦੋਂ ਸਾਹਮਣੇ ਆਇਆ ਤੇ ਹੁਣ ਰਾਹ ਨਹੀਂ ਪਤਾ ਵੀ ਹੁਣ ਕੀ ਕਰੀਏ। ਜਾਂ ਤੇ ਤੁਸੀਂ ਇਹ ਆਖੋ ਜੀ ਵੀ ਸਿੱਖੀ ਦੇ ਨਾਲ ਆਹ ਹੀ ਕੁਝ ਹੋਣਾ ਸੀ, ਜੋ ਇਹ ਹੋ ਰਿਹਾ ਸੀ ਤੇ ਪਹਿਲਾਂ ਹੀ ਕਹਿ ਰਹੇ ਸੀ। ਇਹਨੂੰ ਅਸੀਂ ਕਹਿੰਦੇ ਆ ਸੈਲਫ ਫੁਲਫਿਲਿੰਗ ਪ੍ਰੋਫੈਸੀ, ਕਿ ਅਸੀਂ ਇੱਕ ਇਹੋ ਜਿਹੀ ਭਵਿੱਖਬਾਣੀ ਕੀਤੀ ਜਿਹੜੀ ਕਿ ਜੇ ਅਸੀਂ ਐਕਟਿਵ ਰਹਿੰਦੇ ਉਧਰਲੇ ਪਾਸੇ ਤਾਂ ਇਹ ਹਾਲਾਤ ਨਹੀਂ ਸੀ ਬਣਨੇ, ਤੇ ਅਸੀਂ ਆਪ ਉਹ ਖਹਿੜਾ ਛੱਡਤਾ ਤੇ ਜਦੋਂ ਅਗਲੇ ਲੈ ਗਏ ਤੇ ਹੁਣ ਅਸੀਂ ਕਹਿ ਦਿੰਦੇ ਦੇਖੋ ਜੀ ਆਹੀ ਹੋਣਾ ਸੀ। ਜੋ ਅਸੀਂ ਕੀਤਾ ਕਿ ਨਾ ਅਸੀਂ ਆਪਣੇ ਇਤਿਹਾਸ ਦੀ, ਨਾ ਅਸੀਂ ਆਪਣੀਆਂ ਉਹਨਾਂ ਕਿਤਾਬਾਂ ਦੀ, ਉਹਨਾਂ ਦੇ ਨਾਲ ਅਸੀਂ ਆਪਣਾ ਕੋਈ ਸੰਗ ਨਹੀਂ ਜੋੜਿਆ, ਅਸੀਂ ਕੋਈ ਆਪਣੀ ਪੈਰਲਲ ਵਿਆਖਿਆ ਨਹੀਂ ਖੜੀ ਕੀਤੀ, ਅਸੀਂ ਉਹਨੂੰ ਲੋਕਾਂ ਦੇ ਨਾਲ ਜੋੜਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨਾਕਾਮ ਰਹੇ। ਇਹ ਕਿਸੇ ਹੋਰ ਨੇ ਨਹੀਂ ਕੀਤਾ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਸਿੱਖੀ ਦੀ ਇੱਕ ਐਸੀ ਵਿਆਖਿਆ ਜਿਹੜੀ ਮਨੁੱਖਵਾਦੀ ਹੈ, ਜਿਹੜੀ ਸਰਬੱਤ ਦੀ ਹੈ, ਜਿਹੜੀ ਸਾਂਝੀਵਾਲਤਾ ਦੇ ਉੱਪਰ ਖੜੀ ਹੈ, ਜਿਹੜੀ ਇੱਕ ਪ੍ਰੇਮਾ ਭਗਤੀ ਦੇ ਉੱਪਰ ਉਸਰੇ ਹੋਏ ਸਮਾਜਚਾਰੇ ਦੀ ਗੱਲ ਕਰਦੀ ਹੈ, ਉਹਨੂੰ ਜਦੋਂ ਹੱਥ ਪਾਵਾਂਗੇ, ਜਦੋਂ ਉਹਨੂੰ ਵੇਖਾਂਗੇ ਤਾਂ ਪਤਾ ਲੱਗ ਜਾਏਗਾ ਕਿ ਇਹਨਾਂ ਦੇ ਲਈ ਤੇ ਕੋਈ ਵੀ ਥਾਂ ਨਹੀਂ ਹੈ। ਮੈਂ ਤੁਹਾਡਾ ਖਿਆਲ ਇਹ ਦਿਵਾਉਣਾ ਚਾਹੁੰਦਾ ਕਿ ਭਾਈ ਗੁਰਦਾਸ ਦੀ ਇੱਕ ਵਾਰ ਹੈ ਤੇ ਉਹਦੇ 'ਚ ਇੱਕ ਪੌੜੀ ਦੇ ਵਿੱਚ ਉਹ ਇਹਨਾਂ ਆਸ਼ਕਾਂ ਦਾ ਜ਼ਿਕਰ ਕਰਦੇ ਆ, ਉਹਨੂੰ ਸੱਚੇ ਆਸ਼ਕਾਂ ਦੀ ਵਾਰ ਵੀ ਆਖਿਆ ਜਾਂਦਾ। ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ, ਕਿ ਸਭ ਤੋਂ ਪਹਿਲਾ ਜ਼ਿਕਰ ਇੱਕ ਮੁਰਸ਼ਦ ਆਸ਼ਕਾਂ ਦੇ ਤੌਰ ਦੇ ਉੱਪਰ ਇਹਨਾਂ ਦਾ ਹੁੰਦਾ ਆ ਰਿਹਾ ਹੈ, ਉਹ ਇਹਨੂੰ ਦਰਜ ਕਰਦੇ ਆ। ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਵਿੱਚ ਜਦੋਂ ਹੈਗੇ ਨੇ, ਚਮਕੌਰ ਤੋਂ, ਗੜੀ ਚਮਕੌਰ ਤੋਂ ਜਦੋਂ ਉੱਥੋਂ ਆ ਕੇ ਤੇ ਮਾਛੀਵਾੜੇ 'ਚ ਨੇ ਤੇ ਉਹਨਾਂ ਦੇ ਨਾਲ ਉੱਥੇ ਖਿਆਲ 10ਵੀਂ ਪਾਤਸ਼ਾਹੀ ਜਿਹੜਾ ਜੋੜਿਆ ਜਾਂਦਾ, ਉਹਦੇ ਵਿੱਚ ਜਿਹੜੀ ਸਤਰ ਆਉਂਦੀ ਹੈ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ ਤੇ ਪੱਠ ਖੇੜਿਆਂ ਦਾ ਰਹਿਣਾ। ਹੁਣ ਇਹ ਸਿੱਧਾ ਸਿੱਧਾ ਉਹਨਾਂ ਦੇ ਹੀਰ ਰਾਂਝੇ ਦੇ ਪ੍ਰੀਤ ਕਹਾਣੀ ਦੇ ਹਵਾਲੇ ਦੇ ਨਾਲ ਉਹ ਆਪਣੀ ਗੱਲ ਕਰਦੇ ਆ। ਉਹਨਾਂ ਨੂੰ ਤਾਂ ਇਹ ਬਿਲਕੁਲ ਓਪਰਾ ਨਹੀਂ ਮਹਿਸੂਸ ਹੁੰਦਾ। ਇਸੇ ਦੌਰਾਨ ਤੀਸਰੀ ਉਦਾਸੀ ਤੋਂ ਮੁੜਦਿਆਂ, ਬਲਕਿ ਇਹਨਾਂ ਤੋਂ ਪਹਿਲਾਂ, ਗੁਰੂ ਨਾਨਕ ਸਾਹਿਬ ਦੇ ਇਹ ਦਰਜ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ ਕਿ ਉਹ ਬਾਲ ਗੁੰਦਈ ਦੇ ਨਾਲ ਉਹਨਾਂ ਦੀ ਗੋਸ਼ਟ ਹੁੰਦੀ ਹੈ। ਇਹ ਉਹੋ ਹੀ ਬਾਲ ਗੁੰਦਈ ਹੈ ਜਿਹਦੇ ਬਾਰੇ ਇਹ ਹੈਗਾ ਕਿ ਇਸੇ ਨੇ ਰਾਂਝੇ ਦੇ ਕੰਨ ਬਿੰਨ ਕੇ ਮੁੰਦਰਾਂ ਪਾਈਆਂ ਸੀ, ਜਿਹਨੂੰ ਬਾਲਨਾਥ ਦਾ ਨਾਂ ਲਿਆ ਜਾਂਦਾ ਉਹਦੇ ਵਿੱਚ। ਔਰ ਇਹ ਵੀ ਸੱਚ ਹੈ ਕਿ ਨਾਨਕ ਸਾਹਿਬ ਦੇ ਜਨਮ ਤੋਂ ਕੋਈ 17 ਸਾਲ ਪਹਿਲਾਂ ਹੀਰ ਦੀ ਮੌਤ ਹੋਈ ਸੀ। ਤੇ ਤੁਸੀਂ ਜੇ ਸਚਲ ਸਰਮਸਤ ਨੂੰ ਧਿਆਨ ਦੇ ਨਾਲ ਪੜ੍ਹੋ,
ਸਿੰਧ ਦੇ ਸੂਫੀ ਨੇ, ਤੇ ਉਹ ਤੇ ਗੁਰੂ ਨਾਨਕ ਸਾਹਿਬ ਦੇ ਇੰਨੇ ਦੀਵਾਨੇ ਨੇ ਕਿ ਇੱਕ ਤੇ ਉਹ ਉਹਨਾਂ ਨੂੰ ਰਾਵੀ ਦਾ ਰਾਂਝੂ ਕਹਿੰਦੇ ਨੇ, ਉਹ ਕਿ ਉਹ ਰਾਵੀ ਦਾ ਰਾਂਝਾ ਹੈ ਸਾਡੇ ਲਈ, ਤੇ ਉਹਨਾਂ ਦੇ ਲਈ ਤੇ ਇਹ ਦੋ ਕੋਈ ਅਲੱਗ ਗੱਲਾਂ ਨਹੀਂ ਹੈਗੀਆਂ। ਦਿੱਕਤ ਇਹ ਹੈ ਕਿ ਹੁਣ ਅਸੀਂ ਕਿੰਨਾ ਕੁ ਜਾਣਦੇ ਹਾਂ ਸਚਲ ਸਰਮਸਤ ਨੂੰ, ਅਸੀਂ ਇਹਨਾਂ ਦੀਆਂ ਲਿਖਤਾਂ ਦੇ ਨਾਲ ਕਿੰਨਾ ਕੁ ਸਾਡੀ ਵਾਕਫੀ ਕਿਹੜੀ ਹੈ। ਅਸੀਂ ਸ਼ਿਕਾਇਤ ਕਰਦੇ ਚੰਗੇ ਨਹੀਂ ਲੱਗਦੇ, ਮੇਰੀ ਅੰਡਰਸਟੈਂਡਿੰਗ ਇਹ ਹੈ, ਕਿਉਂਕਿ ਅਸੀਂ ਆਪ ਆਪਣਾ ਕੋਈ ਵਾਹ ਵਾਸਤਾ ਰੱਖਣ ਤੋਂ ਮਨਾ ਕਰ ਦਿੱਤਾ। ਅਸੀਂ ਇਹ ਸਾਰੀਆਂ ਸੁਗਾਤਾਂ ਉਹਨਾਂ ਦੇ ਹੱਥ ਫੜਾ ਦਿੱਤੀਆਂ ਜਿਨ੍ਹਾਂ ਨੇ ਇਹਨਾਂ ਦੇ ਨਾਲ ਜੋ ਕੀਤਾ, ਅਸੀਂ ਹੁਣ ਉਸ ਨੂੰ ਭੁਗਤਣ ਦੇ ਲਈ ਇੱਕ ਕਿਸਮ ਦੇ ਨਾਲ ਮਜਬੂਰ ਕਰ ਦਿੱਤੇ ਗਏ ਆ। ਤੇ ਇਹੋ ਹੀ ਸਚਲ ਸਰਮਸਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਰਾਵੀ ਦਾ ਰਾਂਝਾ ਵੀ ਕਹਿ ਰਿਹਾ ਹੈ, ਤੇ ਜਿਹੜਾ ਆਪਣੇ ਇੱਕ ਸਾਥੀ ਦਾ ਜਾਂ ਇੱਕ ਮੁਰੀਦ ਦਾ ਨਾਮ ਨਾਨਕ ਯੂਸਫ ਵੀ ਰੱਖ ਰਿਹਾ। ਇੰਨਾ ਪਿਆਰ ਕਰਦੇ ਨੇ ਉਹ। ਤੇ ਫਿਰ ਤੁਸੀਂ ਗਦਰੀਆਂ ਨੂੰ ਦੇਖੋ ਧਿਆਨ ਦੇ ਨਾਲ, ਜਿਹੜੇ ਆਪਣੇ ਆਪ ਨੂੰ ਅਸਲ 'ਚ ਖਾਲਸਾ ਵੀ, ਗੁਰਮੁਖ ਵੀ ਕਹਿੰਦੇ ਆ, ਸ਼ਹੀਦ ਵੀ ਕਹਿੰਦੇ ਆ, ਤੇ ਉਹ ਆਸ਼ਿਕ ਵੀ ਕਹਿੰਦੇ ਆ। ਉਹ ਆਪਣੇ ਆਪ ਨੂੰ ਪ੍ਰੇਮੀਆਂ ਦੀ ਪਾਰਟੀ ਕਹਿੰਦੇ ਆ। ਹੀਰ ਦਾ ਤਸੱਵਰ ਉਹ ਆਜ਼ਾਦੀ ਦੇ ਅਰਥਾਂ ਦੇ ਵਿੱਚ ਕਰਦੇ ਆ। ਹੀਰ ਆਜ਼ਾਦੀ ਦੇ ਉੱਪਰ ਉਹਨਾਂ ਦੇ ਬੇਸ਼ੁਮਾਰ ਬੰਦ ਨੇ। ਆਪਣੇ ਬਾਰੇ ਉਹ ਇਹ ਕਹਿੰਦੇ ਆ, ਜਦੋਂ 1 ਨਵੰਬਰ ਮੇਰਾ ਖਿਆਲ 1929 ਨੂੰ ਗਦਰ ਪਾਰਟੀ ਦਾ ਸਥਾਪਨਾ ਦਿਵਸ ਸੀ, ਉਹਨੂੰ ਉਹਦਾ ਜਨਮ ਦਿਨ ਕਹਿੰਦੇ ਆ, ਤੇ ਉਹਦੇ ਲਈ ਬੰਦ ਲਿਖਦੇ ਆ ਕਿ ਆਓ ਪ੍ਰੇਮੀਓ ਹੋ ਇਕੱਠੇ, ਜਨਮ ਪਾਰਟੀ ਦਿਨ ਮਨਾ ਲਈਏ। ਇਹ ਪ੍ਰੇਮੀਆਂ ਦੀ ਪਾਰਟੀ ਤੁਸੀਂ ਕੋਈ ਸੁਣੀ ਹੈ? ਤੇ ਗਦਰੀ ਇਸ ਲਿਹਾਜ਼ ਦੇ ਨਾਲ ਸਾਡੇ ਰਾਜਨੀਤਿਕ ਰਾਂਝੇ ਨੇ ਜਿਨ੍ਹਾਂ ਦੀ ਕਿ ਸਾਨੂੰ ਲੋੜ ਹੈ। ਰਾਂਝਾ ਹੋਣਾ ਸਾਂਝਾ ਹੋਣਾ ਹੈ। ਇਸ਼ਕ ਦਾ ਮਤਲਬ ਇਹ ਹੈ ਕਿ ਤੁਸੀਂ ਆ ਜਿਹੜੀਆਂ ਵਲਗਣਾ ਨੇ, ਜਿਹੜੀਆਂ ਵੰਡੀਆਂ ਨੇ, ਤੁਸੀਂ ਇਹਨਾਂ ਨੂੰ ਉਲੰਘਦੇ ਹੋ, ਸਾਂਝ ਪਾਉਂਦੇ ਹੋ, ਤੇ ਇਸ ਤਰ੍ਹਾਂ ਦੇ ਨਾਲ ਹੋ ਜਾਂਦੇ ਹੋ ਕਿ ਤੁਸੀਂ ਕੋਈ ਦੂਈ ਜਾਂ ਦਵੈਤ ਜਾਂ ਫਾਸਲਾ ਨਹੀਂ ਰਹਿਣ ਦਿੰਦੇ। ਦੂਸਰੇ ਦੇ ਨਾਲ ਸੰਬੰਧ ਇੰਨਾ ਪੀੜਾ ਕਿ ਉਹਦਾ ਦੁੱਖ ਤੁਹਾਡਾ ਦੁੱਖ ਹੈ, ਉਹਦਾ ਸੁੱਖ ਤੁਹਾਡਾ ਸੁੱਖ ਹੈ, ਤੁਸੀਂ ਏਕਾਕਾਰ ਹੋ ਗਏ ਹੋ। ਇਸ਼ਕ ਦਾ ਮਤਲਬ ਇਹ ਹੈ ਜਿਹੜਾ ਸਾਨੂੰ ਸਮਝਣਾ ਚਾਹੀਦਾ। ਤੇ ਇਸ ਕਰਕੇ ਇਹ ਜਿਹੜੀ ਧਾਰਮਿਕ ਵਿਆਖਿਆ ਦੇ ਨਾਮ ਦੇ ਉੱਪਰ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹ ਸੁਧੀ ਅਗਿਆਨਤਾ, ਤੇ ਉਸ ਅਗਿਆਨਤਾ ਦਾ ਇੱਕ ਜਿਹੜਾ ਰਾਜਨੀਤਿਕ ਹਿੱਤ ਸਾਝਾ ਜਾ ਰਿਹਾ ਇਹਦੇ ਵਿੱਚੋਂ। ਹੋਰ ਮੈਨੂੰ ਇਹਦੀ ਇਸ ਤੋਂ ਵੱਧ ਕੋਈ ਸਾਰਥਕਤਾ ਨਹੀਂ ਲੱਗਦੀ। ਉਹ ਇਸੇ ਕਰਕੇ ਹੀ ਸਾਰਥਕ ਹੈ ਕਿਉਂਕਿ ਪੰਜਾਬ ਦੇ ਸਿਆਣੇ ਤਬਕਿਆਂ ਨੇ, ਹੁਣ ਤੇ ਉਹਨਾਂ ਨੂੰ ਕਿਹੜੇ ਹਿਸਾਬ ਦੇ ਨਾਲ ਸਿਆਣੇ ਆਖੀਏ, ਜਿਨ੍ਹਾਂ ਨੇ ਆਪਣੀਆਂ ਰਵਾਇਤਾਂ, ਆਪਣੀਆਂ ਇਹਨਾਂ ਬੜੀਆਂ ਬਲਵਾਨ ਪਰੰਪਰਾਵਾਂ ਦੇ ਨਾਲ ਵੱਲੋਂ ਜਦੋਂ ਮੂੰਹ ਫੇਰ ਲਿਆ, ਤੇ ਫਿਰ ਇਹ ਸਾਰਾ ਪਿੜ ਉਹਨਾਂ ਦੇ ਲਈ ਖਾਲੀ ਛੱਡ ਦਿੱਤਾ ਗਿਆ। ਕਰਨ ਵਾਲਾ ਕੰਮ ਇਹ ਹੈ ਕਿ ਇਸ ਪਿੜ ਦੇ ਉੱਪਰ ਦੁਬਾਰਾ ਤੋਂ ਆਪਣੀ ਭਰਵੀਂ ਹਾਜ਼ਰੀ ਤੇ ਅਕੀਦਤ ਲੈ ਕੇ ਆਇਆ। ਇਹਨਾਂ ਗ੍ਰੰਥਾਂ ਦੇ ਨਾਲ, ਇਸ ਪੋਥੀਆਂ ਦੇ ਨਾਲ, ਇਹਨਾਂ ਕਿਰਦਾਰਾਂ ਦੇ ਨਾਲ ਦੁਬਾਰਾ ਤੋਂ ਸਾਂਝ ਪਵੇ ਤਾਂ ਅਸੀਂ ਇਹ ਸਾਰੀ ਸਫਾਈ ਆਰਾਮ ਨਾਲ ਕਰ ਸਕਦੇ। ਇਸ ਤੋਂ ਬਾਅਦ ਮੈਂ ਅਗਲੀ ਗੱਲ ਵੱਲ ਆਉਣਾ ਚਾਹੁੰਦਾ। ਅਗਲਾ ਸਵਾਲ ਇਹ ਹੈਗਾ ਕਿ ਸਰ ਪੰਜਾਬੀਆਂ ਕੋਲ ਹੋਰ ਵੀ ਬੜੇ ਕਿੱਸੇ ਆ। ਪੰਜਾਬੀਆਂ ਨੇ ਜਿਹੜਾ ਮਿਰਜ਼ਾ ਉਹ ਗਾਇਆ ਵੀ ਹੈ, ਸੁਣਿਆ ਵੀ ਬਹੁਤ ਹੈ। ਇਸ ਤਰ੍ਹਾਂ ਹੋਰ ਵੀ ਕਈ ਕਿੱਸੇ ਆ। ਪਰ ਤੁਸੀਂ ਜਦ ਵਾਰਿਸ ਦੀ ਹੀਰ ਦੀ ਗੱਲ ਕਰਦੇ ਹੋ, ਤਾਂ ਜੇ ਅਸੀਂ ਬਾਕੀ ਕਿੱਸਿਆਂ ਦੇ ਤੇ ਕਿੱਸਾਕਾਰਾਂ ਦੇ ਮੁਕਾਬਲੇ ਨਾਲ ਦੇਖੀਏ ਕਿ ਹੋਰ ਨਾਇਕ ਨੇ, ਜਿਹੜੇ ਕਿੱਸਾ ਨਾਇਕ ਨੇ, ਮਿਰਜ਼ਾ ਹੈ, ਸਾਹਿਬਾਂ ਹੈ, ਉਹਨਾਂ ਦੇ ਮੁਕਾਬਲੇ ਹੀਰ ਤੇ ਰਾਂਝਾ ਕਿਸ ਤਰ੍ਹਾਂ ਤੁਹਾਨੂੰ ਵੱਡੇ ਲੱਗਦੇ? ਵੱਡੇ ਛੋਟੇ ਦੀ ਗੱਲ ਨਹੀਂ ਹੈ, ਬਿਲਕੁਲ ਵੀ ਨਹੀਂ ਹੈ ਇਨਫੈਕਟ। ਔਰ ਹਰ ਦਾ ਇੱਕ ਆਪੋ ਆਪਣੀ ਥਾਂ ਹੈ। ਉਹ ਉੱਥੇ ਸਜਦੇ ਆ, ਸੌਂਦੇ ਆ, ਤੇ ਉਹ ਆਪਸ ਦੇ ਵਿੱਚ ਇੱਕ ਐਸੇ ਰਿਸ਼ਤੇ ਦੇ ਵਿੱਚ ਬੱਝੇ ਹੋਏ ਨੇ ਜਿੱਥੇ ਕਿ ਹਰੇਕ ਇੱਕ ਦੂਜੇ ਦਾ ਆਸਰਾ ਬਣਦਾ। ਵਾਰਿਸ ਸ਼ਾਹ ਦੇ ਵਿੱਚ ਵੀ ਮਿਰਜ਼ੇ ਦਾ ਤੇ ਸੋਹਣੀ ਦਾ ਤੇ ਸੱਸੀ ਦਾ ਜ਼ਿਕਰ ਹੈ। ਸੱਸੀ ਦਾ ਸ਼ਾਇਦ ਨਹੀਂ ਹੈ, ਸੋਹਣੀ ਦਾ ਜ਼ਿਕਰ ਹੈ। ਉੱਥੇ ਉਹਨਾਂ ਦਾ ਬੜਾ ਉਹ ਅਦਬ ਦੇ ਨਾਲ ਉਹਨਾਂ ਦਾ ਉਹ ਬਿਆਨ ਕਰਦੇ। ਇੱਕ ਤੇ ਇਹ ਗੱਲ। ਦੂਜੀ ਗੱਲ ਇਹ ਕਿ ਜਿਵੇਂ ਦੋ ਵੱਡੇ ਕਿੱਸਾਕਾਰ ਹੋਏ ਨੇ ਮਿਰਜ਼ੇ ਦੇ, ਪੀਲੂ ਤੇ ਹਾਫਿਜ਼ ਬਰਖੁਰਦਾਰ। ਇਹਨਾਂ ਦੋਵਾਂ ਦੇ ਵਿੱਚੋਂ ਵੀ ਹਾਫਿਜ਼ ਬਰਖੁਰਦਾਰ ਦਾ ਕਿੱਸਾ ਉਨਾ ਨਹੀਂ ਮਸ਼ਹੂਰ ਹੈ ਜਿੰਨਾ ਪੀਲੂ ਦਾ ਹੈ। ਸੋਹਣੀ ਵੀ ਕਈਆਂ ਨੇ ਲਿਖੀ ਹੈ, ਫਜ਼ਲ ਸ਼ਾਹ ਦੀ ਸੋਹਣੀ ਜ਼ਿਆਦਾ ਮਸ਼ਹੂਰ ਹੋਈ ਹੈ। ਸੱਸੀ ਦੇ ਬਾਰੇ ਵੀ ਕਈ ਕਿੱਸੇ ਲਿਖੇ ਗਏ ਨੇ, ਸਭ ਤੋਂ ਵੱਧ ਸੱਸੀ ਹਾਸ਼ਮ ਸ਼ਾਹ ਦੀ ਮਸ਼ਹੂਰ ਹੋਈ ਹੈ। ਸੋ ਹਰੇਕ ਇੱਕ ਵੱਡੇ ਕਿੱਸਾਕਾਰ ਨੇ ਕਿਸੇ ਇੱਕ ਕਿੱਸੇ ਦੇ ਵਿੱਚ ਆਪਣਾ ਐਸਾ ਜੌਹਰ ਦਿਖਾਇਆ ਹੈ ਕਿ ਉਹ ਉਹਦੇ ਨਾਲ ਮਨਸੂਬ ਹੋ ਗਿਆ।
ਇੱਥੋਂ ਮੈਨੂੰ ਜਿਹੜੀ ਗੱਲ ਦੀ ਸੋਝੀ ਇਹ ਪੈਂਦੀ ਹੈ ਕਿ ਵਾਰਿਸ ਸ਼ਾਹ ਨੇ ਹੀਰ ਦੇ ਜ਼ਰੀਏ ਜਿੱਡਾ ਇੱਕ ਭਰਵਾਂ ਬਿਆਨ ਦਿੱਤਾ ਹੈ, ਜਿੱਡੀ ਵੱਡੀ ਉਹਨੇ ਆਪਣੇ ਸਮੇਂ ਦੇ ਪੰਜਾਬ ਦੀ ਹਾਜ਼ਰੀ ਲਵਾਈ ਹੈ, ਉਹਦੇ ਅੰਦਰ ਦੇ ਵਿੱਚ ਚੱਲ ਰਹੀਆਂ ਪਰਤਾਂ ਜਿਸ ਪੱਧਰ ਤੱਕ ਉਹਨੇ ਜਾ ਕੇ ਖੋਲ੍ਹੀਆਂ ਨੇ ਕਿ ਉਹ ਲੱਗਦਾ ਹੀ ਨਹੀਂ ਕਿ ਉਹਦੇ ਅੰਦਰ ਕੋਈ ਕਸਰ ਛੱਡੀ ਹੈ। ਔਰ ਉਹ ਬੜੇ ਸੁਭਾਇਕੀ ਜਿਹੜੇ ਉਸ ਤੋਂ ਬਾਅਦ ਦੇ ਸ਼ਾਇਰ ਆਏ ਨੇ, ਸਾਰਿਆਂ ਨੇ ਇਹ ਗੱਲ ਨੂੰ ਤਸਲੀਮ ਕੀਤਾ ਕਿ ਬਈ ਵਾਰਿਸ ਸ਼ਾਹ ਦੀ ਰੀਸ ਕਰਨਾ ਵੀ ਗੁਨਾਹ ਵਾਲੀ ਗੱਲ ਹੈ, ਅਸੀਂ ਤੇ ਇਹਦੇ ਲਾਇਕ ਵੀ ਨਹੀਂ ਹੈਗੇ। ਜਦੋਂ ਮੈਂ ਇਸ ਗੱਲ ਦੇ ਵੱਲ ਗੌਰ ਕਰਦਾ ਕਿ ਵਾਰਿਸ ਸ਼ਾਹ ਦੀ ਜਿਹੜੀ ਇਹ ਸੋਭਾ ਹੋਈ ਹੈ, ਇਹ ਉਸ ਕਿੱਸੇ ਦੇ ਕੋਈ 30-40 ਸਾਲਾਂ ਬਾਅਦ ਹੀ ਸਾਨੂੰ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਕਿ ਵਿਲੀਅਮ ਸ਼ੇਕਸਪੀਅਰ ਦੇ ਬਾਬਤ ਉਸ ਨੂੰ ਇੱਕ ਕਲਾਸਿਕ ਦਾ ਦਰਜਾ ਮਿਲਣ ਦੇ ਵਿੱਚ ਕੋਈ ਲਗਭਗ ਉਹਨੂੰ ਪੌਣੇ 200 ਸਾਲ ਦਾ ਸਮਾਂ ਲੱਗਦਾ ਹੈ। ਲਗਭਗ 18ਵੀਂ ਸਦੀ ਦੇ ਵਿਚਕਾਰ ਜੇ ਆ ਕੇ ਇਸ ਗੱਲ ਦੀ ਕੋਈ ਸੋਝੀ ਬਣਨੀ ਸ਼ੁਰੂ ਹੁੰਦੀ ਹੈ ਕਿ ਨਹੀਂ ਬਈ ਇਹ ਬੰਦਾ ਜਿਵੇਂ ਸਾਰੇ ਅੰਗਰੇਜ਼ ਸਭਿਅਤਾ ਦਾ ਇੱਕ ਬਹੁਤ ਵੱਡਾ ਨਿਸ਼ਾਨ ਇਹ ਹੈਗਾ ਅਤੇ ਇਸ ਨੂੰ ਤੇ ਇਸ ਦੇ ਲਈ ਪੜ੍ਹਨਾ ਚਾਹੀਦਾ। ਵਾਰਿਸ ਸ਼ਾਹ ਦੀ ਇਹ ਜਿਹੜੀ ਸੋਭਾ ਹੈ ਇਹ ਬਹੁਤ ਛੇਤੀ ਸ਼ੁਰੂ ਹੋਈ ਹੈ ਉਹਨਾਂ ਦੇ ਮੁਕਾਬਲੇ, ਅਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ, ਉਸ ਭਾਸ਼ਾ ਦੀ ਜਿਹੜੀ ਠੇਠਤਾ ਹੈ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਉਸ ਭਾਸ਼ਾ ਦੇ ਵਿੱਚ ਤਸ਼ਬੀਹਾਂ ਜਿਹੜੀਆਂ ਦਿੱਤੀਆਂ ਨੇ, ਜਿਹੜੇ ਰੂਪਕ ਬੰਨੇ ਨੇ, ਆਪਾਂ ਉਹਨਾਂ ਨੂੰ ਮੈਟਾਫਰਸ ਕਹਿ ਲੈਂਦੇ ਹਾਂ, ਉਹ ਐਸੇ ਨੇ ਜਿਹੜੇ ਕਿ ਆਮ ਪੰਜਾਬੀ ਦੀ ਪਹੁੰਚ ਵਾਲੇ ਨੇ। ਉਹਦੇ 'ਚ ਕੋਈ ਬਹੁਤ ਦੁਰਾਡੇ ਦੇ ਅਰਬ ਦੇਸ਼ਾਂ ਦੇ ਜਾਂ ਈਰਾਨ ਦੇ ਜਾਂ ਮਿਸਰ ਦੇ ਉਹਨਾਂ ਨੇ ਹਵਾਲੇ ਨਹੀਂ ਦਿੱਤੇ। ਬਹੁਤੇ ਜਿਹੜੇ ਹਵਾਲੇ ਦਿੱਤੇ ਆ ਉਹ ਬਿਲਕੁਲ ਹੀ ਨੇੜੇ ਤੇੜੇ ਦੇ ਨੇ, ਲਾਹੌਰ ਦੇ, ਕਸੂਰ ਦੇ, ਆਮ ਪਿੰਡਾਂ ਦੇ, ਉੱਥੋਂ ਬਨਸਪਤੀ ਦੇ, ਕੂੰਜਾਂ ਦੇ। ਹਾਂਜੀ, ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੇ। ਇਹ ਜਿਹੜੀ ਗੱਲ ਹੈ ਇਹ ਕਿੰਨੀ ਕੁ ਔਖੀ ਗੱਲ ਹੈ ਇੱਕ ਆਮ ਪੰਜਾਬੀ ਦੇ ਲਈ ਸਮਝਣੀ। ਇਹ ਕਿੰਨਾ ਇਹ ਇੱਕ ਸੁਖੈਨ ਤੇ ਉਹਦੇ ਅੰਦਰ ਉਹਨਾਂ ਨੇ ਜਿਵੇਂ ਬੰਨ੍ਹ ਦਿੱਤਾ ਔਰ ਦਰਿਆਵਾਂ ਦੇ ਕਿਨਾਰੇ ਇਹ ਸਾਰਾ ਕੁਝ ਇਵੇਂ ਹੀ ਹੁੰਦਾ ਸੀ। ਪੰਜਾਬ ਦੇ ਵਿੱਚ ਆਪਾਂ ਇਹ ਵੀ ਭੁੱਲਦੇ ਹਾਂ ਕਿ ਉਸ ਵੇਲੇ ਜੰਗਲ ਬੇਬਹਾ ਸਨ, 12 ਆਪਾਂ ਜਿਨ੍ਹਾਂ ਨੂੰ ਕਹਿੰਦੇ ਹਾਂ। ਹੁਣ ਤੇ ਸਾਨੂੰ ਪਤਾ ਵੀ ਨਹੀਂ ਹੈ ਕਿ ਉਹੋ ਜਿਹੀ ਸੰਘਣੀ ਵਨਸਪਤੀ ਅਸੀਂ ਕਿਤੇ ਦੇਖੀ ਹੋਈ ਨਹੀਂ ਹੁਣ, ਤੇ ਨਾ ਅਸੀਂ ਉਵੇਂ ਦਰਿਆ ਵਹਿੰਦੇ ਵੇਖੇ ਹੈ। ਔਰ ਜਦੋਂ ਇਹਨਾਂ ਚੀਜ਼ਾਂ ਦੇ ਵੱਲ ਆਉਂਦੇ ਆ ਅਤੇ ਇੱਕ ਤਾਂ ਜਿਹੜੀ ਉਹਨਾਂ ਦੀ ਜ਼ੁਬਾਨ ਹੈ, ਜਿਹੜਾ ਉਹਦੇ ਅੰਦਰ ਦਾ ਰਸ ਹੈ, ਜਿਹੜੇ ਉਹਨਾਂ ਨੇ ਰੂਪਕ ਮੈਟਾਫਰ ਖੜ੍ਹੇ ਕਰਕੇ ਦਿੱਤੇ ਆ, ਉਹ ਸਾਰਿਆਂ ਦੀ ਪਕੜ ਅਤੇ ਸਾਰਿਆਂ ਦੀ ਜ਼ਿੰਦਗੀ ਦੇ ਨੇੜੇ ਦੇ ਨੇ, ਅਤੇ ਉਸ ਦੇ ਵਿੱਚੋਂ ਤੁਹਾਨੂੰ ਲਿਜਾ ਕੇ ਤੁਹਾਡੇ ਕੋਲੋਂ ਇੱਕ ਬੜੀ ਗਿਆਨ ਵੀ, ਤੁਹਾਡਾ ਇਨਫੋਰਮੇਸ਼ਨ ਵੀ ਉਹ ਇਜ਼ਾਫਾ ਕਰਦੇ ਆ, ਨੌਲੇਜ ਵਧਾਉਂਦੇ ਆ ਤੁਹਾਡੀ ਆਪਣੇ ਦੌਰ ਦੇ ਬਾਬਤ। ਚੌਥੀ ਜਿਹੜੀ ਗੱਲ ਹੈ ਕਿ ਜ਼ਿੰਦਗੀ ਦੇ ਅਨੁਭਵ ਨੂੰ ਜਿੰਨਾ ਕਸ਼ੀਦ ਕਰਕੇ ਅਤੇ ਜਿੰਨੀ ਉਹਦੀ ਰੇਂਜ ਵਿਖਾ ਕੇ, ਜਿੱਥੇ ਉਹਨਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ ਕਿ ਕੋਈ ਮੱਤਾਂ ਨਹੀਂ ਦਿੱਤੀਆਂ ਉਹਨਾਂ ਨੇ ਵੀ ਇੰਜ ਕਰਨਾ ਚਾਹੀਦਾ ਅਤੇ ਇੰਜ ਨਹੀਂ ਕਰਨਾ ਚਾਹੀਦਾ। ਇਹ ਸਾਡੇ ਅੱਜ ਦੇ ਦੌਰ ਦੇ ਦਾਨਸ਼ਵਰ ਜਿਹੜੇ ਕਿ ਆਮ ਪੰਜਾਬੀਆਂ ਨੂੰ ਮੱਤਾਂ ਦੇਣ ਦੇ ਲਈ ਬਹੁਤ ਉਤਾਵਲੇ ਰਹਿੰਦੇ ਹੈ ਕਿ ਸਾਡੇ ਕੋਲ ਆ ਗਿਆ ਗਿਆਨ, ਤੁਸੀਂ ਸਿੱਖੋ। ਹੁਣ ਉਸ ਗੱਲ ਨੂੰ ਸਮਝਦਿਆਂ ਹੋਇਆਂ ਵਾਰਿਸ ਨੇ ਮੱਤਾਂ ਨਹੀਂ ਦਿੱਤੀਆਂ, ਬਸ ਉਹਨਾਂ ਨੇ ਇੱਕ ਕੰਮ ਹੋਰ ਕੀਤਾ ਕਿ ਜਿਹੜੇ ਵੀ ਪਾਤਰ ਨੂੰ ਸਿਰਜਿਆ ਉਹਨੂੰ ਪੂਰੀ ਹਮਦਰਦੀ ਦੇ ਨਾਲ ਸਿਰਜਿਆ। ਦੂਰ ਤੱਕ ਕੈਦੋਂ ਦੇ ਬਾਬਤ ਵੀ ਉਹਨਾਂ ਨੇ ਇੱਕ ਬਣਾਈ ਕਿ ਕੈਦੋਂ ਕੀ ਹੈਗਾ। ਇਹ ਇੱਕ ਬਹੁਤ ਵੱਡੇ ਗੁਣੀ ਸਾਹਿਤਕਾਰ ਦਾ ਕੰਮ ਹੁੰਦਾ ਹੈ, ਇਹ ਛੋਟੀ ਪ੍ਰਤਿਭਾ ਦਾ ਕੰਮ ਨਹੀਂ ਹੈ। ਔਰ ਉਹਨੇ ਹੀਰ ਨੂੰ ਬੜੇ ਮਰਦਾਨਾ ਢੰਗ ਦੇ ਨਾਲ ਸਿਰਜਿਆ। ਜਿਹੜਾ ਰਾਂਝਾ ਹੈ ਥਾਂ ਥਾਂ ਦੇ ਉੱਪਰ ਉਹ ਬੜਾ ਮਲੂਕ ਹੈ, ਅਹਿਲ ਤਬਾਹ ਹੈ, ਉਹ ਬੜਾ ਚੈਂਚਲ ਹੈ। ਉਹਨੇ ਤੇ ਵਾਲ ਆਪਣੇ ਇੰਜ ਵਾਹ ਕੇ ਰੱਖੇ ਹੋਏ ਨੇ, ਮੱਖਣ ਨਾਲ ਚੋਪੜੇ ਨਰਮ ਜਿਹੜੇ ਉਹਦੇ ਚੂੰਡੇ ਨੇ, ਅਤੇ ਉਹ ਜਦੋਂ ਉਹਦੇ ਗੰਜ ਕੱਢਦੇ ਆ, ਉਹਨੂੰ ਘੋਨ ਕਰਦੇ ਆ ਮੁੰਦਰਾਂ ਪਾਉਣ ਤੋਂ ਪਹਿਲਾਂ, ਅਤੇ ਉਹ ਤੁਹਾਡਾ ਵੀ ਦਿਲ ਢਹਿੰਦਾ ਕਿ ਉਹ ਜਦੋਂ ਦੱਸਦਾ ਕਿ ਉਹ ਸਾਰੇ ਉਹਦੇ ਸਾਹਮਣੇ ਡਿੱਗੇ। ਜਿਹੜਾ ਉਹਨੂੰ ਵੇਖਦਾ ਉਹ ਪਹਿਲੀਆਂ 'ਚ ਇਹ ਕਹਿੰਦਾ, ਹੀਰ ਦਾ ਬਾਪ ਕਹਿੰਦਾ, ਇਹ ਹੱਥ ਲਾਇਆ ਪਿੰਡੇ ਤੇ ਡਾਗ ਪੈਂਦੇ, ਵੀ ਤੇ ਇੰਨਾ ਨਰਮ ਹੈ ਮੁੰਡਾ। ਇਹਦਾ ਮਤਲਬ ਇਹ ਹੈ ਕਿ ਜਿਹੜੀ ਰਾਂਝੇ ਦੀ ਨਰਮਾਈ ਹੈ ਅਤੇ ਜਿਹੜਾ ਹੀਰ ਦੀ ਜਿਹੜੀ ਬੁਲੰਦੀ ਹੈ, ਹੀਰ ਦਾ ਜਿਹੜਾ ਵਰਣਨ ਹੈ ਉਹਦੀ ਸੁੰਦਰਤਾ ਦਾ, ਉਹ ਇੱਕ ਯੋਧੇ ਦਾ ਇਉਂ ਵਰਣਨ ਹੈ ਜਿਵੇਂ ਉਹ ਜੰਗ ਦੇ ਲਈ ਚੱਲਿਆ ਹੋਵੇ। ਲੋਕ ਉਹਨੂੰ ਸ਼ਿੰਗਾਰ ਰਸ ਕਹਿੰਦੇ ਆ, ਮੈਨੂੰ ਉਹਦੇ 'ਚੋਂ ਵੀਰ ਰਸ ਝਰਦਾ ਦਿਸਦਾ। ਇਹਦਾ ਮਤਲਬ ਇਹ ਹੈ ਕਿ ਬੜੀ ਤਿਆਰੀ ਦੇ ਨਾਲ ਵਾਰਿਸ ਸ਼ਾਹ ਨੇ ਮਰਦ ਤੇ ਔਰਤ ਪਾਤਰ ਦੀ ਜਿਹੜੀ ਸਿਰਜਣਾ ਹੈ ਉਹਨੂੰ ਹੀ ਪੁੱਠਾ ਕਰ ਦਿੱਤਾ। ਮਿਰਜ਼ੇ ਦੇ ਕੋਲ ਘੋੜਾ ਹੈ, ਤੀਰ ਕਮਾਨ ਹੈ,
ਤੇ ਮਿਰਜ਼ਾ ਆਪ ਬੜਾ ਜਵਾਨ ਹੈ। ਤੇ ਮਿਰਜ਼ੇ ਦੀ ਤੁਸੀਂ ਉਸ ਬਿਆਨ ਦੇ ਉੱਪਰ ਗੌਰ ਕਰੋ ਕਿ ਉਹ ਕਹਿੰਦਾ ਕਿ ਮੈਂ ਜਦ ਦੀ ਬੱਕੀ ਫੜ ਲਈ ਤੇ ਮੇਰਾ ਕੰਬਿਆ ਹੀ ਨਹੀਂ ਰਹਿੰਦਾ ਸਰੀਰ, ਤੇ ਮੈਂ ਤਾਲਬ ਨੌ ਸ਼ੌ ਪੀਰ ਦਾ, ਮੇਰੀ ਕੰਡੀ ਹੈ ਦਸਤਗੀਰ, ਕਿ ਮੇਰੇ ਮਗਰ ਇਹ ਹੈ। ਤੇ ਉਹ ਫਿਰ ਜਦੋਂ ਕਹਿੰਦਾ ਕਿ ਤੀਰ ਮੇਰੇ ਕੋਲ ਇਹੋ ਜਿਹਾ ਕਿ ਪਹਿਲਾਂ ਮਾਰਾਂ ਵੱਲ ਅਸਮਾਨ ਦੇ, ਫਿਰ ਉਹ ਕਹਿੰਦਾ ਵੀ ਇੱਧਰ ਨੂੰ ਮਾਰਾਂ ਮੈਂ, ਦੂਜੀ ਮਾਰਾਂ ਵੀਰ ਸ਼ਮੀਰ ਦੇ, ਤੇ ਮਾਰਾਂ ਕੁੱਲੇ ਦੇ ਤੰਗ, ਤੀਜੀ ਮਾਰਾਂ ਉਸ ਦੇ ਜਿਹਦੀ ਹੈ ਤੂੰ ਮੰਗ। ਲਓ ਉਹ ਜਿਵੇਂ ਇੱਕ ਮਰਦਾਨਗੀ ਦਾ, ਹਾਈਪਰ ਮੈਸਕੂਲਿਨਿਟੀ ਦਾ ਉਹ ਇੱਕ ਸਿੰਬਲ ਹੈ। ਉਹਦੀ ਵੀ ਪੰਜਾਬੀਆਂ ਦੇ ਵਿੱਚ ਇੱਕ ਥਾਂ ਹੈ, ਔਰ ਮੈਂ ਸਮਝਦਾ ਕਿ ਬੜੀ ਹੱਕੀ ਥਾਂ ਹੈ। ਜੀ, ਤੁਸੀਂ ਸਰ ਜੈਂਡਰ ਦੀ ਗੱਲ ਕੀਤੀ ਹੈ। ਵੈਸੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਪੰਜਾਬੀ ਕਿਸੇ ਦੀ ਇੱਕ ਪ੍ਰਾਪਤੀ ਹੈ ਕਿ ਔਰਤ ਉੱਥੇ ਨਾਇਕ ਦੇ ਤੌਰ 'ਤੇ ਸਾਡੇ ਸਾਹਮਣੇ ਆਉਂਦੀ ਆ। ਪਰ ਜੇ ਅਸੀਂ ਪੰਜਾਬ ਦੇ ਜੈਂਡਰ ਬਾਇਸਨੈਸ ਹੈ ਜਿਹੜੀ, ਜਾਂ ਅਸੀਂ ਕਹਿ ਲਈਏ ਕਿ ਜਿਹੜਾ ਪੰਜਾਬ ਦਾ ਪੁਰਸ਼ ਤੰਤਰ ਹੈ, ਪੈਟਰੀਆਰਕੀ ਹੈ, ਉਹਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੀਰ ਨੂੰ ਇੱਕ ਔਰਤ ਨਾਇਕ ਦੇ ਤੌਰ 'ਤੇ ਪੰਜਾਬੀਆਂ ਨੇ ਪ੍ਰਵਾਨ ਕਰਿਆ, ਜਾਂ ਇਹ ਸੰਭਾਵਨਾਵਾਂ ਹੈ ਕਿ ਉਹ ਇੱਕ ਔਰਤ ਨੂੰ, ਆਸ਼ਿਕ ਔਰਤ ਨੂੰ ਨਾਇਕ ਦੇ ਤੌਰ 'ਤੇ ਪ੍ਰਵਾਨ ਕਰ ਸਕਦੇ ਆ? ਬਹੁਤ ਪ੍ਰਵਾਨ ਕੀਤਾ ਤਾਂ ਹੀ ਤਾਂ ਇੰਨਾ ਸਾਹਿਤ ਲਿਖਿਆ ਗਿਆ ਹੀਰ ਰਾਂਝੇ ਦੇ ਉੱਪਰ। ਇਹਨਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਵੀ ਕਮੀ ਨਹੀਂ ਰਹੀ, ਪਰ ਉਹਨਾਂ ਦੇ ਕੋਲ ਕੋਈ ਐਸੀ ਵੱਡੀ ਦਲੀਲ ਨਾ ਆ ਸਕੀ, ਉਹਨਾਂ ਦੇ ਕੋਲ ਕੋਈ ਐਸਾ ਇਤਿਹਾਸਕ ਸੰਦਰਭ ਨਾ ਬਣਾਇਆ ਜਾ ਸਕਿਆ ਜਿਹਦੇ ਵਿੱਚ ਉਹ ਇਹਨਾਂ ਨੂੰ ਰੱਦ ਕਰ ਸਕਣ। ਕੋਸ਼ਿਸ਼ਾਂ ਉਹਨਾਂ ਨੇ ਬਹੁਤ ਕੀਤੀਆਂ, ਔਰ ਹਮੇਸ਼ਾ ਉਹ ਬੜੇ ਪੈਸੇ ਵਾਲੇ, ਬੜੇ ਜਾਨਦਾਰ, ਕਿਉਂਕਿ ਹੀਰ ਕਿਸੇ ਇੱਕ ਲਿੰਗ ਦਾ ਹੀ ਉਹ ਨਹੀਂ ਹੈ, ਤੱਕ ਹੀ ਸੀਮਿਤ ਨਹੀਂ ਹੈ। ਉਹ ਇੱਕ ਸੰਕਲਪ ਵੀ ਹੈ। ਉਹ ਇੱਕ ਐਸਾ ਕਿਰਦਾਰ ਹੈ ਜਿਹੜਾ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਜਿਉਣ ਦੇ ਲਈ, ਬਗਾਵਤ ਕਰਨ ਦੇ ਲਈ, ਸ਼ਹੀਦ ਹੋਣ ਤੱਕ ਨੂੰ ਤਿਆਰ ਹੈ। ਉਹ ਸਿਰਫ ਤੁਹਾਨੂੰ ਇਸ਼ਕ ਦੇ ਲਈ ਹੀ ਨਹੀਂ ਪ੍ਰੇਰਦੀ, ਉਹ ਤੁਹਾਨੂੰ ਹੱਕ ਸੱਚ ਦੇ ਲਈ ਲੜਨ ਦੇ ਲਈ ਪ੍ਰੇਰਦੀ ਹੈ। ਉਹ ਇਹ ਕਹਿੰਦੀ ਹੈ ਕਿ ਮੈਂ ਆਪਣੀ ਚੋਣ ਦੇ ਲਈ ਆਹ ਦਲੀਲ ਦੇ ਰਹੀ ਹਾਂ, ਦਲੀਲ ਨਾਲ ਮੈਨੂੰ ਤੁਸੀਂ ਨਿਰੁੱਤਰ ਕਰ ਦਿਓ। ਸੋ ਉਹ ਜਿਹੜੇ ਬੰਦੇ, ਕਾਜ਼ੀ ਇਹੋ ਹੀ ਕਹਿੰਦਾ ਨਾ ਕਿ ਪੜ੍ਹੋ ਨਿਕਾਹ ਇਸ ਦਾ, ਮੂੰਹ ਬੰਨ ਕੇ ਪੜ੍ਹੋ ਨਿਕਾਹ ਇਸ ਦਾ, ਕਿੱਸਾ ਕੋਈ ਫਸਾਦ ਗੁਜ਼ਾਰਦੀ ਹੈ। ਕਾਜ਼ੀ ਆਖਦਾ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ ਤਾਂ ਉਹ ਉਹਨਾਂ ਦੀ ਬਸ ਹੋਈ ਪਈ ਹੈ ਹੀਰ ਦੀਆਂ ਦਲੀਲਾਂ ਦੇ ਸਾਹਮਣੇ, ਨਹੀਂ ਆ ਰਿਹਾ ਉਹਨਾਂ ਨੂੰ। ਸੋ ਉਹ ਕੱਲਾ ਇੱਕ ਪੁਰਸ਼ ਤੇ ਔਰਤ ਦਾ ਹੀ ਸਵਾਲ ਨਹੀਂ ਹੈ, ਜੈਂਡਰ ਬਾਇਸ ਹੈਗਾ, ਜੈਂਡਰ ਬਾਇਸ ਦੇ ਖਿਲਾਫ ਸੰਘਰਸ਼ ਵੀ ਹੈਗਾ। ਹੀਰ ਤੇ ਰਾਂਝਾ ਜਾਂ ਸਾਡੇ ਇਹ ਜਿਹੜੇ ਆਸ਼ਿਕ ਜੋੜੇ ਨੇ, ਉਹਦੇ ਵਿੱਚ ਔਰਤਾਂ ਦੀ ਆਵਾਜ਼ ਜਿਸ ਬੁਲੰਦੀ ਦੇ ਉੱਪਰ ਆਈ ਹੈ, ਮੈਂ ਇਹ ਗੱਲ ਕਹਿਣੀ ਚਾਹੂੰਗਾ 20ਵੀਂ ਸਦੀ ਦੀ ਜਿਹੜਾ ਨਾਰੀਵਾਦੀ ਲੇਖਣ ਹੈ, ਕੀ ਉਹਦੇ ਕੋਲ ਉਹੋ ਜਿਹੀ ਆਵਾਜ਼ ਆ ਸਕੀ ਹੈ? ਕੀ ਉਸ ਬੁਲੰਦੀ ਦੇ ਨਾਲ ਹੀਰ ਜਿਵੇਂ ਬਿਆਨ ਦਿੰਦੀ ਹੈ, ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਨੇ, ਕੀ ਉਸ ਕਿਸਮ ਦੇ ਨਾਲ ਉਹਦੇ 'ਚ ਸਾਹਮਣੇ ਆਇਆ? ਜਾਂ ਸਾਡੀਆਂ ਜਿਹੜੀਆਂ ਹੋਰ ਔਰਤ ਕਵਿਤਰੀਆਂ ਨੇ, ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਕੀ ਔਰਤ ਦੀ ਆਵਾਜ਼ ਇਸ ਬੁਲੰਦੀ ਦੇ ਨਾਲ ਸਾਹਮਣੇ ਆਉਂਦੀ ਹੈ? ਮੈਂ ਤੁਹਾਨੂੰ ਇੱਥੇ ਇੱਕ ਗੁਜ਼ਾਰਿਸ਼ ਕਰਦਾ ਕਿ ਤੇਜਵੰਤ ਸਿੰਘ ਗਿੱਲ ਹੁਣਾਂ ਨੇ ਇਹ ਗੱਲ ਆਖੀ ਕਿ ਇਨਫੈਕਟ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੀਆਂ ਜਿਹੜੀਆਂ ਨਾਇਕਾਵਾਂ ਨੇ, ਉਹ ਸਿੱਧੀਆਂ ਹੀਰ ਤੋਂ ਪ੍ਰੇਰਿਤ ਨੇ। ਜਿਵੇਂ ਉਹ ਬੋਲਦੀਆਂ ਨੇ, ਜਿਵੇਂ ਆਪਣੀ ਗੱਲ ਰੱਖਦੀਆਂ ਨੇ, ਔਰ ਜਿਸ ਤਰ੍ਹਾਂ ਦੇ ਨਾਲ ਗੱਜ ਕੇ ਬੁਲੰਦੀ ਦੇ ਨਾਲ ਉਹਨਾਂ ਦੇ ਕਿਰਦਾਰ ਜਿਵੇਂ ਜਸਵੰਤ ਸਿੰਘ ਕੰਵਲ ਹੁਣਾਂ ਨੇ ਸਿਰਜੇ ਨੇ। ਤੇ ਜ਼ਰਾ ਇੱਥੇ ਗੌਰ ਕਰ ਲਈਏ ਕਿ ਕੰਵਲ ਸਾਹਿਬ ਬਹੁਤ ਵੱਡੇ ਹੀਰ ਵਾਰਿਸ ਸ਼ਾਹ ਦੇ ਬਹੁਤ ਜ਼ਿਆਦਾ ਉਹ ਮਦਾਹ ਨੇ। ਉਹਨਾਂ ਦੀ ਭਾਸ਼ਾ ਦੇ ਉੱਪਰ ਵਾਰਿਸ ਸ਼ਾਹ ਦਾ ਅਸਰ ਹੈ, ਉਹਨਾਂ ਦੇ ਪਾਤਰਾਂ ਦੇ ਉੱਪਰ ਅਸਰ ਹੈ, ਔਰ ਬਹੁਤ ਸਾਰਾ ਜਿਹੜੇ ਪਾਤਰਾਂ ਦੇ ਆਪਸੀ ਸੰਵਾਦ ਹੈ ਜਾਂ ਜਿੱਥੇ ਲੈਂਡਸਕੇਪ ਦਾ ਚਿੱਤਰਣ ਹੈ, ਤੁਹਾਨੂੰ ਦਿਸ ਜਾਂਦਾ ਕਿ ਕੰਵਲ ਇੱਥੇ ਵਾਰਿਸ ਸ਼ਾਹ ਦੀ ਦਿੱਤੀ ਮਿਸਾਲ ਦੇ ਉੱਪਰੋਂ ਅਗਾਂਹ ਦੇ ਕੁਝ ਚੀਜ਼ਾਂ ਕਰ ਰਿਹਾ ਹੈ। ਮੈਂ ਇਸ ਕਰਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਲੜਾਈ ਪੁਰਸ਼ਤੰਤਰ ਦੀ ਤਾਕਤ ਦੇ ਖਿਲਾਫ ਜਿਹੜੀ ਉਦੋਂ ਦੀ ਚੱਲੀ ਹੋਈ ਹੈ, ਉਹ ਅੱਜ ਵੀ ਜਾਰੀ ਹੈ। ਅਸੀਂ ਜੇ ਆਪਣੇ ਉਸ ਵਿਚਾਰਧਾਰਕ ਵਿਰਸੇ ਦੇ ਵੱਲ ਗੌਰ ਕਰਾਂਗੇ ਤਾਂ ਅਸੀਂ ਇਸ ਲੜਾਈ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾ ਸਕਦੇ ਹਾਂ। ਨਹੀਂ ਉਹ ਇੱਕ ਬੜੇ ਸੀਮਿਤ ਸ਼ਹਿਰੀ ਦਾਇਰੇ ਤੱਕ ਸੀਮਿਤ ਇੱਕ ਗੱਲ ਨਾ ਹੋ ਕੇ ਰਹਿ ਜਾਏ। ਮੈਨੂੰ ਇਸ ਗੱਲ ਦਾ ਵੀ ਥੋੜ੍ਹਾ ਫਿਕਰ ਹੈ। ਜੀ, ਮੈਂ ਸਰ ਆਖਰੀ ਸਵਾਲ ਤੁਹਾਨੂੰ ਇਹ ਪੁੱਛਣਾ ਕਿ ਜਦ ਤੁਹਾਨੂੰ ਸੁਣਦੇ ਹਾਂ, ਤੁਸੀਂ ਅਕਸਰ ਪੰਜਾਬੀ ਜੀਵਨ ਬੋਧ ਦੀ ਗੱਲ ਕਰਦੇ ਹੋ ਅਤੇ ਉਹਦੇ ਸਰੋਤ ਲੱਭਣ ਦੀ ਗੱਲ ਕਰਦਿਆਂ ਤੁਸੀਂ ਹੀਰ ਦੀ ਤੇ ਖਾਸ ਕਰ ਵਾਰਿਸ ਦੀ ਹੀਰ ਦੇ ਹਵਾਲੇ ਦਿੰਦੇ ਹੋ। ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਹੀਰ ਦੇ ਟੈਕਸਟ ਨੂੰ ਜਾਂ ਹੀਰ ਦਾ ਜਿਹੜਾ ਪ੍ਰਸੰਗ ਹੈ, ਜੇ ਅਸੀਂ ਇਹਨੂੰ ਆਧੁਨਿਕ ਜੀਵਨ ਦਾ ਜਿਹੜਾ ਸਾਡੀਆਂ ਵਿਸੰਗਤੀਆਂ ਨੇ ਜਾਂ
ਆਧੁਨਿਕ ਜੀਵਨ ਦਾ ਜਿਹੜਾ ਹੁਣ ਸਾਡੇ 'ਚ ਤਕਨੀਕ ਭਾਰੂ ਹੋ ਚੁੱਕੀ ਹੈ, ਵਿਗਿਆਨ ਭਾਰੂ ਹੋ ਚੁੱਕੀ ਹੈ, ਜੀਵਨ ਸ਼ੈਲੀ ਬਦਲ ਚੁੱਕੀ ਹੈ ਕਾਫੀ। ਤੁਹਾਨੂੰ ਕਿਵੇਂ ਲੱਗਦਾ ਕਿ ਹੀਰ ਜਿਹੜੀ ਉਹ ਮੱਧਕਾਲ ਦੀ ਟੈਕਸਟ ਅੱਜ ਵੀ ਸਾਡੀਆਂ ਇਹਨਾਂ ਆਧੁਨਿਕ ਜੀਵਨ ਸ਼ੈਲੀ ਦੇ ਨਾਲ ਸੰਵਾਦ ਰਚਾਉਣ ਦੀ ਸਮਰੱਥ ਹੈ? ਕਿਸ ਕਿਸਮ ਦੀਆਂ ਸੰਭਾਵਨਾਵਾਂ ਤੁਹਾਨੂੰ ਲੱਗਦੀਆਂ? ਟੈਕਨੀਕ ਦਾ ਤੇ ਆਪ ਕਹਿ ਸਕਣਾ ਕਿ ਉਦੋਂ ਟੈਕਨੀਕ ਨਹੀਂ ਸੀ ਜੀ। ਉਦੋਂ ਜਿਹੜੀ ਟੈਕਨੀਕ ਦਾ ਵਿਖਾਲਾ ਹੁੰਦਾ ਸੀ ਉਹ ਹੁੰਦਾ ਸੀ ਜੰਗਾਂ ਯੁੱਧਾਂ ਦੇ ਵਿੱਚ। ਤੁਹਾਡੇ ਕੋਲ ਜੰਗ ਲੜਨ ਦੀ ਟੈਕਨੀਕ ਅਗਾਂਹ ਦੀ ਜੇ ਸਮਰੱਥਾ ਹੈ ਤਾਂ ਤੁਸੀਂ ਲੜਾਈ ਕਿਵੇਂ ਲੜ ਸਕਦੇ ਹੋ, ਕਿਵੇਂ ਜੇਤੂ ਰਹਿ ਸਕਦੇ ਹੋ ਤੇ ਕਿਵੇਂ ਅੱਗੇ ਤੋਰ ਸਕਦੇ ਹੋ। ਜਿਨ੍ਹਾਂ ਦੀ ਟੈਕਨੀਕ ਮਾੜੀ ਹੈ ਉਹ ਉਦੋਂ ਵੀ ਹਾਰਦੇ ਸੀ। ਸੋ ਇਹ ਗੱਲ ਨਾ ਆਪਾਂ ਆਖੀਏ ਕਿ ਉਦੋਂ ਟੈਕਨੀਕ ਕਿੰਨੇ ਕਿਸਮ ਦੀ ਜਿਹੜੀ ਕੱਪੜਿਆਂ ਦੀਆਂ ਕਿਸਮਾਂ, ਜਿਹੜਾ ਇੱਕ ਦਸਤਕਾਰੀ ਦਾ ਜਿਹੜਾ ਕੰਮ ਹੈ ਜਿਹੜਾ, ਔਰ ਉਹ ਪੰਜਾਬ ਦੇ ਵਿੱਚ ਦਾ, ਕਿਉਂਕਿ ਅਸੀਂ ਪੰਜਾਬ ਦੇ ਆਰਥਿਕ ਇਤਿਹਾਸ ਤੋਂ ਵਾਕਿਫ ਨਹੀਂ ਤੇ ਸਾਨੂੰ ਇਹ ਨਹੀਂ ਪਤਾ ਕਿ ਲਾਹੌਰ ਦੇ ਵਿੱਚ ਚਰਖੇ ਦਾ ਜਾਂ ਕੱਪੜੇ ਦਾ ਕੰਮ ਕਿਸ ਪੱਧਰ ਦੇ ਉੱਪਰ ਆਰਗੇਨਾਈਜ਼ਡ ਕੰਮ ਸੀ, ਇਹ ਕਿਸ ਤਰ੍ਹਾਂ ਦੇ ਨਾਲ ਅੱਗੇ ਆ ਰਿਹਾ ਸੀ। ਹੁਣ ਵੀ ਜੋ ਹੈ ਕਿ ਉਹਦੇ ਨਾਲ ਮਨੁੱਖ ਦੀ ਹਸਤੀ ਦੇ ਸਵਾਲ ਬਦਲ ਗਏ ਨੇ। ਕੀ ਟੈਕਨੀਕ ਆਉਣ ਦੇ ਨਾਲ ਅਸੀਂ ਜ਼ਿਆਦਾ ਵਧੀਆ ਮਨੁੱਖ ਬਣੇ ਆ ਕਿ ਸਾਨੂੰ ਆਪਣੀ ਮਨੁੱਖਤਾ ਵੀ ਘਟਦੀ ਦਿਖਾਈ ਦੇ ਰਹੀ ਹੈ? ਇਹਦਾ ਮਤਲਬ ਇਹ ਹੈ ਕਿ ਸਵਾਲ ਤਕਨੀਕ ਦੇ ਆਉਣ ਜਾਂ ਨਾ ਆਉਣ ਦਾ ਨਹੀਂ ਹੈ। ਸਵਾਲ ਇਹ ਹੈ ਕਿ ਮਨੁੱਖ ਦੀ ਹੋਣੀ ਕੀ ਅੱਗੇ ਨਾਲੋਂ ਬਿਹਤਰ ਹੋਈ ਹੈ ਕਿ ਹੋਰ ਬਦਤਰ ਹੋਈ ਹੈ? ਕੀ ਅਸੀਂ ਵਾਕਿਆ ਹੀ ਆਪਣੀ ਚੋਣ ਕਰਕੇ ਉਹਦੇ ਲਈ ਲੜਨ ਦੇ ਸਮਰੱਥ ਹਾਂ ਕਿ ਸਾਡੀ ਸਮਰੱਥਾ ਘਟੀ ਹੈ, ਸਾਡੀ ਬਲਕਿ ਚੋਣ ਕਰਨ ਦੀ ਲਿਆਕਤ ਵੀ ਸ਼ਾਇਦ ਘਟੀ ਹੈ। ਅਸੀਂ ਇੱਕ ਬੱਧੇ ਰੁੱਧੇ ਜੇ ਪੈਟਰਨ ਦੇ ਵਿੱਚ ਪੈ ਕੇ ਆਪਣੀ ਗੱਲ ਨੂੰ ਬਸ ਵੀ ਕਰਦੇ ਚੱਲੋ ਤੇ ਬਾਕੀ ਗੱਲਾਂ ਵੱਲੋਂ ਧਿਆਨ ਹਟਾ ਲਓ, ਅਸੀਂ ਤੇ ਕੁਝ ਅਜਿਹੇ ਸਿਆਣੇ ਹੁੰਦੇ ਜਾ ਰਹੇ ਹਾਂ ਮੇਰੇ ਮੁਤਾਬਕ। ਉਹ ਜਿਹੜੀ ਇੱਕ ਆਪਣੀ ਧਰਤੀ ਨੂੰ ਪਿਆਰ ਕਰ ਸਕਣ ਦੀ, ਉਹਦੇ ਨਾਲ ਜੁੜਾ ਦੀ, ਉਹਦੇ ਅੰਦਰ ਦੀ ਉਹ ਵੰਝਲੀ ਅਸੀਂ ਗਵਾ ਆਏ ਹਾਂ ਜਿਹੜੀ ਰਾਂਝੇ ਦੇ ਕੋਲ ਸੀ, ਜਿਹੜੀ ਉਹਦੇ ਇਰਦ ਗਿਰਦ ਔਰਤ, ਬੱਚੇ, ਹਾਲੀ ਪਾਲੀ, ਜਿਨ੍ਹਾਂ ਦੇ ਕਰਕੇ ਸਮਾਜ ਦੀ ਕਿਰਤ ਦਾ ਤੋਰਾ ਤੁਰਦਾ ਹੈ। ਉਹਦੀ ਵੰਝਲੀ ਨੂੰ ਸੁਣਨ ਦੇ ਲਈ ਹਮੇਸ਼ਾ ਇਹ ਲੋਕ ਇਕੱਠੇ ਹੁੰਦੇ ਆ। ਰਾਂਝਾ ਅਜਿਹੇ ਲੋਕਾਂ ਦਾ ਨਾਇਕ ਹੈ। ਹੀਰ ਆਪਣੀ ਉਸ ਦਲੇਰੀ ਸਦਕਾ ਪੰਜਾਬ ਦੇ ਸਾਰੇ ਬਾਗੀਆਂ ਦੀ, ਨਾਬਰਾਂ ਦੀ ਉਹ ਨਾਇਕ ਹੈ ਕਿ ਜਿਸ ਨੇ ਜਿਸ ਤਿਆਰੀ ਦੇ ਨਾਲ ਪੈਰ ਗੱਡ ਕੇ ਉਹਨੇ ਆਪਣੀ ਗੱਲ ਕੀਤੀ ਹੈ। ਮੈਂ ਇਸ ਕਰਕੇ ਗੱਲ ਕਹਿ ਰਿਹਾ ਕਿ ਆਧੁਨਿਕ ਹੋਣਾ ਜਾਂ ਮੱਧਕਾਲੀ ਹੋਣਾ ਸਿਰਫ ਸਮੇਂ ਦੇ ਬੀਤਣ ਦੇ ਨਾਲ ਤੈਅ ਨਹੀਂ ਹੁੰਦਾ। ਇਹ ਤੁਹਾਡੀ ਮਾਨਸਿਕ ਸੰਰਚਨਾਵਾਂ ਜਦੋਂ ਇੱਕ ਸਮੂਹਿਕ ਪੈਟਰਨ ਅਖਤਿਆਰ ਕਰ ਲੈਂਦੀਆਂ ਨੇ, ਉਦੋਂ ਜਾ ਕੇ ਅਸੀਂ ਕੁਛ ਐਸੀ ਗੱਲ ਨੂੰ ਕਹਿੰਦੇ ਹਾਂ। ਅਤੇ ਸਵਾਲ ਨਵੇਂ ਜਾਂ ਪੁਰਾਣੇ ਹੋਣ ਦਾ ਨਹੀਂ, ਸਵਾਲ ਉਹਨਾਂ ਦੇ ਸਾਰਥਕ ਹੋਣ ਦਾ। ਜੇ ਅੱਜ ਵੀ ਅਸੀਂ ਆਪਣੇ ਆਧੁਨਿਕ ਜੀਵਨ ਦੇ ਵਿੱਚੋਂ ਜੇ ਗੁਰੂ ਨਾਨਕ ਸਾਹਿਬ ਨੂੰ ਪੜ੍ਹੀਏ ਤਾਂ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਬੇਹੱਦ ਆਧੁਨਿਕ ਕਿਸਮ ਦੇ ਚਿੰਤਕ ਨੇ ਜਿਹੜੇ ਬਿਲਕੁਲ ਨਵੇਂ ਦੌਰ ਦੀ ਗੱਲ ਕਰ ਸਕਦੇ ਆ। ਸਾਡੇ ਕੋਲ ਨਿਗਾਹ ਨਹੀਂ ਆ ਉਹਨਾਂ ਨੂੰ ਉਵੇਂ ਦੇਖਣ ਦੀ। ਅਤੇ ਥੋੜ੍ਹਾ ਜਿਹਾ ਅਸੀਂ ਇਹਨਾਂ ਕਾਲ ਵੰਡਾਂ ਨੂੰ ਸਿਰਫ ਸਮੇਂ ਦੇ ਬੀਤਣ ਦੇ ਨਾਲ ਜੋੜਨ ਤੋਂ ਆਪ ਵੀ ਥੋੜ੍ਹਾ ਜਿਹਾ ਪਿਛਾਂਹ ਹਟੀਏ, ਥੋੜ੍ਹਾ ਉਹਦੇ ਨਾਲ ਜੁੜੀਏ ਅਤੇ ਪਤਾ ਇਹ ਲੱਗੇਗਾ ਕਿ ਉਹ ਸਾਡੇ ਅੱਜ ਦੀ ਗੱਲ ਕਰਨ ਦੇ ਵੀ ਸਮਰੱਥ ਹੈ। ਇਹ ਮੇਰੀ ਆਪਣੀ ਰਾਏ ਆ, ਉਹਦੇ ਨਾਲ ਜੂਝਦੇ ਹਾਂ। ਇਹਦੇ ਬਾਬਤ ਹੋਰ ਬਹਿਸ ਦੀ ਗੁੰਜਾਇਸ਼ ਵੀ ਮੇਰਾ ਖਿਆਲ ਹੈ ਕਿ ਬਣੀ ਰਹਿਣੀ ਚਾਹੀਦੀ। ਜੀ ਬਿਲਕੁਲ। ਤਾਂ ਦੋਸਤੋ, ਜਦੋਂ ਅਸੀਂ ਪੰਜਾਬੀ ਜੀਵਨ ਬੋਧ ਦੀ ਗੱਲ ਕਰਦੇ ਹਾਂ ਅਤੇ ਉਹਦੇ ਨਾਲ ਅਸੀਂ ਮੱਧਕਾਲੀ ਸਾਹਿਤ ਦੀ ਗੱਲ ਕਰਦੇ ਹਾਂ, ਹੀਰ ਦੀ ਗੱਲ ਕਰਦੇ ਹਾਂ, ਤਾਂ ਇੱਕ ਵੱਡਾ ਸੰਵਾਦ ਹੈ। ਇਹ ਸੰਵਾਦ ਤੁਸੀਂ ਸਰ ਲੰਮੇ ਸਮੇਂ ਤੋਂ ਛੇੜਿਆ ਹੋਇਆ ਅਤੇ ਬਹੁਤ ਚੰਗੀ ਗੱਲ ਹੈ। ਸਾਨੂੰ ਖੁਸ਼ੀ ਹੁੰਦੀ ਹੈ ਜਦ ਵੀ ਅਸੀਂ ਵਾਰਿਸ ਦੀ ਹੀਰ ਦੀ ਗੱਲ ਕਰਦੇ ਹਾਂ ਤਾਂ ਤੁਹਾਡਾ ਜ਼ਿਕਰ ਲਾਜ਼ਮੀ ਤੌਰ 'ਤੇ ਆਉਂਦਾ ਹੈ। ਤੁਸੀਂ ਅੱਜ ਦੀ ਗੱਲਬਾਤ ਦੇ ਲਈ ਸਾਨੂੰ ਇੰਨਾ ਆਪਣਾ ਕੀਮਤੀ ਸਮਾਂ ਦਿੱਤਾ, ਜਿਹੜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬੜੀ ਮਿਹਰਬਾਨੀ। ਵਾਰਿਸ ਸ਼ਾਹ ਦੀ ਇੱਕ ਲਾਈਨ ਹੈ ਜੀ ਕਿ ਭਲੇ ਦਿਨਾਂ ਦੇ ਨੇਕ ਨਸੀਬ ਹੋਵਣ, ਯਾਰ ਆਣ ਬੈਠਣ ਪਾਸ ਯਾਰ ਦੇਵੇ। ਅਜਿਹੀਆਂ ਮਜਲਿਸਾਂ, ਔਰ ਉਹ ਕਹਿੰਦਾ ਕਿ ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ। ਉਹਦਾ ਜਿਹੜਾ ਮਜ਼ਾ ਹੈ ਨਾ, ਉਹ ਕੋਈ ਅੱਜ ਕੱਲ੍ਹ ਵਾਲਾ ਮਜ਼ਾ ਨਹੀਂ ਹੈ। ਉਹ ਮਜ਼ੇ ਦਾ ਮਤਲਬ ਇਹ ਹੈ ਕਿ ਇੱਕ ਗਹਿਰਾ ਗੰਭੀਰ ਚਿੰਤਨੀ ਸੰਵਾਦ ਨੂੰ ਛੇੜਨਾ, ਉਹਦੇ 'ਤੇ ਅੱਗੇ ਤੁਰਨਾ, ਇਸ ਤਰ੍ਹਾਂ ਇਹ ਇੱਕ ਮਜ਼ਾ ਇਹਦਾ ਵੀ ਸਾਨੂੰ ਆਉਂਦਾ। ਸਾਨੂੰ ਚਿੰਤਨ ਨੂੰ ਮਜ਼ੇ ਤੋਂ ਤੋੜ ਕੇ ਕੋਈ ਰੁੱਖਾ ਅਤੇ ਕੋਈ ਬਹੁਤਾ ਉਪਦੇਸ਼ਾਤਮਕ ਬਣਾਉਣ ਦੀ ਬਿਲਕੁਲ ਲੋੜ ਨਹੀਂ ਹੈ। ਅਤੇ ਹੱਥ ਬੰਨ੍ਹ ਕੇ ਬੇਨਤੀ ਹੈ, ਇਹੋ ਜਿਹੇ ਗਿਆਨ ਤੋਂ ਥੋੜ੍ਹਾ ਜਿਹਾ ਪਿਛਾਂਹ ਹਟੀਏ ਅਤੇ ਇੱਕ ਮਜਾਲਸਾਂ ਵਾਲਾ ਅਤੇ ਕੁਛ ਇਸ ਕਿਸਮ ਦਾ ਮਜ਼ਾ ਲੈਣ ਦੇ ਵੱਲ ਜੁੜੀਏ। ਵਾਰਿਸ ਸ਼ਾਹ ਸਾਨੂੰ ਥੋੜ੍ਹੀ ਬਹੁਤ ਬੁੱਧੀਜੀਵੀਆਂ ਨੂੰ ਇਹ ਵੀ ਕੋਈ ਸਿੱਖਿਆ ਦਿੰਦੇ ਹੈ ਆਪਣੇ ਢੰਗ ਦੇ ਨਾਲ। ਧੰਨਵਾਦ ਤੁਹਾਡਾ। ਜੀ ਸ਼ੁਕਰੀਆ। ਤਾਂ ਦੋਸਤੋ